ਪੜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਜਪ ਬਾਣੀ ਦੀ ਲੜੀਵਾਰ ਉਚਾਰ ਦੀ ਸੰਪੂਰਨਤਾ ਤੋਂ ਬਾਅਦ ਅਸੀਂ ਸੰਖੇਪ ਵਿਚਾਰ ਪੌੜੀ ਵਾਈਜ਼ ਕਰ ਰਹੇ ਹਾਂ। ਪਿੱਛੇ 19 ਪੌੜੀਆਂ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ। ਅੱਜ 20ਵੀਂ ਪੌੜੀ ਦੀ ਵਿਚਾਰ ਅਸੀਂ 20ਵੀਂ ਪੌੜੀ ਤੋਂ ਲੈ ਕੇ ਜਿੰਨੀਆਂ ਪੌੜੀਆਂ ਹੋ ਸਕੀਆਂ ਉਹਦੀ ਸੰਖੇਪ ਵਿਚਾਰ ਅਸੀਂ ਆਪ ਜੀ ਨਾਲ ਸਾਂਝੀ ਕਰਾਂਗੇ। ਇਹ ਵਿਚਾਰ ਦੀ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ ਨਿਭਾ ਰਹੇ ਹਨ, ਆਪ ਜੀ ਨਾਲ ਸਾਂਝੀ ਕਰਦੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਇਹ ਵਿਚਾਰ ਆਰੰਭ ਕੀਤੀ ਜਾਏ। ਸਾਧ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜੋ ਅਸੀਂ ਸੰਖੇਪ ਵਿਚਾਰ ਜਿਵੇਂ ਕਿ ਵੀਰ ਜੀ ਨੇ ਦੱਸਿਆ ਹੈ ਆਪ ਨੂੰ, ਉਹ ਆਪਾਂ 19ਵੀਂ ਪੌੜੀ ਤੱਕ ਕਰ ਚੁੱਕੇ ਹਾਂ। ਅੱਜ ਆਪਾਂ 20ਵੀਂ ਪੌੜੀ ਜਿਹੜੀ ਆਪ ਜੀ ਦੇ ਸਾਹਮਣੇ ਡਿਸਪਲੇ ਹੈ, ਉਸ ਤੋਂ ਆਪਾਂ ਸੰਖੇਪ ਵਿਚਾਰ ਜਾਂ ਇਉਂ ਕਹਿ ਲਈਏ ਕਿ ਇੱਕ ਵਾਰ ਆਪਾਂ ਆਪਣੀ ਰਿਵੀਜ਼ਨ ਕਰ ਰਹੇ ਹਾਂ, ਤਾਂ ਕਿ ਜੋ ਚੀਜ਼ਾਂ ਅਸੀਂ ਪਹਿਲਾਂ ਮਿਸ ਕਰ ਗਏ ਹੋਈਏ, ਛੱਡ ਗਏ ਹੋਈਏ, ਉਹ ਇੱਕ ਵਾਰ ਆਪਾਂ ਦੁਬਾਰਾ ਸਮਝ ਲਈਏ। ਤਾਂ ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਪਾਠ ਕਰ ਲਈਏ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਣਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਸਤਿਗੁਰੂ ਜੀ ਨੇ ਇਸ ਤੋਂ ਪਹਿਲਾਂ, ਕਿਉਂਕਿ ਜਪਜੀ ਸਾਹਿਬ ਦੇ ਆਰੰਭ ਤੋਂ ਹੀ ਸਤਿਗੁਰੂ ਜੀ ਨੇ ਸਾਨੂੰ ਨਾਮ ਦੇ ਨਾਲ ਜੋੜਨ ਦੀ ਗੱਲ ਜੋ ਹੈ ਉਹ ਸ਼ੁਰੂ ਕਰ ਦਿੱਤੀ ਸੀ। ਪਹਿਲੀ ਪੌੜੀ ਦੇ ਵਿੱਚ ਉਹਨਾਂ ਨੇ ਹੁਕਮ ਰਜ਼ਾਈ ਚੱਲਣ ਦੀ ਸਿੱਖਿਆ ਦਿੱਤੀ, ਤੇ ਫਿਰ ਉਸ ਤੋਂ ਅੱਗੇ ਚੱਲਦੇ ਹੋਏ ਹੁਕਮ ਦੀ ਵਿਆਖਿਆ ਕਰਕੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਉੱਥੇ ਤੱਕ ਲੈ ਗਏ। ਤੇ ਅੱਗੋਂ ਸਤਿਗੁਰੂ ਜੀ ਨੇ ਨਾਮ ਜਪਣ ਦੇ ਜੋ ਫਲ ਦੱਸੇ ਸਨ, ਸੁਣਿਆ ਤੇ ਮੰਨਿਆ ਦੀਆਂ ਪੌੜੀਆਂ ਦੇ ਵਿੱਚ, ਉਹਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਸੀ ਕਿ ਬੜੀ ਉੱਚੀ ਅਵਸਥਾ ਨਾਮ ਜਪਣ ਵਾਲੇ ਦੀ ਹੋ ਜਾਂਦੀ। ਉਹਦੇ ਚ ਵਿਕਾਸ ਦੀ ਗੱਲ ਕੀਤੀ, ਤੇ ਮੰਨੇ ਦੀਆਂ ਪੌੜੀਆਂ ਦੇ ਵਿੱਚ ਤਾਂ ਖੈਰ ਉਹਨਾਂ ਨੇ ਬਹੁਤ ਹੀ ਕਮਾਲ ਦੀਆਂ ਉਹਨਾਂ ਨੇ ਅਵਸਥਾਵਾਂ ਦੱਸੀਆਂ ਕਿ ਇਹਦੇ ਫਲ ਗਿਣੇ ਨਹੀਂ ਜਾ ਸਕਦੇ। ਕਿੱਡੀਆਂ ਕੁ ਉੱਚੀ ਅਵਸਥਾ ਨਾਮ ਨਾਲ ਜੁੜਨ ਵਾਲੇ ਦੀ ਬਣ ਜਾਂਦੀ ਹੈ। ਉਹਨਾਂ ਨੇ ਉਹ ਸਿੱਧ ਪੀਰ ਸੁਰਨਾਥ ਤੋਂ ਗੱਲ ਸ਼ੁਰੂ ਕਰਕੇ ਉਹਨਾਂ ਨੇ ਉਹ ਸਾਰਾ ਅਵਸਥਾਵਾਂ ਦੱਸੀਆਂ ਵੀ ਕਿੱਥੇ ਕਿੱਥੇ ਤੱਕ ਨਾਮ ਦੇ ਨਾਲ, ਸਿਰਫ ਉਸ ਅਕਾਲ ਪੁਰਖ ਨਾਲ ਪ੍ਰੇਮ ਕਰਨ ਦੇ ਨਾਲ, ਉਹਨੂੰ ਯਾਦ ਕਰਨ ਦੇ ਨਾਲ ਜਿਹੜਾ ਜਗਿਆਸੂ ਹੈ ਉਹਨੂੰ ਕੀ ਕੀ ਪ੍ਰਾਪਤੀਆਂ ਹੋ ਜਾਂਦੀਆਂ। ਇਹ ਸਾਰੀਆਂ ਅਵਸਥਾ ਸਤਿਗੁਰੂ ਜੀ ਨੇ ਸਾਨੂੰ ਇਸ ਹਿਸਾਬ ਨਾਲ ਦੱਸੀਆਂ ਤਾਂ ਕਿ ਸਾਨੂੰ ਇਹ ਪ੍ਰੇਰਨਾ ਮਿਲੇ ਕਿ ਅਸੀਂ ਨਾਮ ਦੇ ਨਾਲ ਜੁੜੀਏ, ਉਸ ਰਸਤੇ ਦੇ ਉੱਤੇ ਤੁਰੀਏ। ਹੁਣ ਸਤਿਗੁਰੂ ਜੀ ਸਾਡੇ ਰਸਤੇ 'ਚ ਆ ਰਹੀ ਇੱਕ ਹੋਰ ਔਕੜ ਦਾ ਜ਼ਿਕਰ ਇਸ ਪੌੜੀ ਦੇ ਵਿੱਚ ਕਰਕੇ ਉਹਨਾਂ ਨੇ ਸਮਝਾਇਆ ਕਿ ਜੇ ਅਸੀਂ ਵਿਕਾਰਾਂ ਦੇ ਵਿੱਚ ਡੁੱਬੇ ਹੋਏ ਹਾਂ ਤਾਂ ਫਿਰ ਸਾਡੇ ਕੋਲ ਕੀ ਰਾਹ। ਤੇ ਸਤਿਗੁਰੂ ਜੀ ਨੇ ਕਿਹਾ ਵੀ ਉਹਦੇ ਵਿਕਾਰਾਂ ਦੇ ਵਿੱਚ ਡੁੱਬ ਕੇ ਅਸੀਂ ਜੋ ਕਰਮ ਕੀਤੇ ਨੇ, ਕੀ ਉਹਨਾਂ ਤੋਂ ਵੀ ਸਾਡਾ ਛੁਟਕਾਰਾ ਹੋ ਸਕਦਾ ਹੈ।
ਕਿਉਂਕਿ ਇਹ ਭਾਰਤੀ ਫਲਸਫੇ ਦੇ ਵਿੱਚ ਜੋ ਕਰਮ ਸਿਧਾਂਤ ਮੰਨਿਆ ਜਾਂਦਾ ਹੈ, ਤਕਰੀਬਨ ਸਾਰੀਆਂ ਵਿਚਾਰਧਾਰਾਵਾਂ ਦੇ ਵਿੱਚ ਹੀ, ਉਹਦੇ ਵਿੱਚ ਇਹ ਇੱਕ ਬੜੀ ਕਮਾਲ ਦੀ ਗੱਲ ਮੰਨੀ ਗਈ ਹੈ ਕਿ ਕਰਮਾਂ ਦੇ ਕੀਤੇ ਫਲ ਤੋਂ ਕੋਈ ਛੁਟਕਾਰਾ ਕੋਈ ਦੇਵੀ ਦੇਵਤਾ ਜਾਂ ਇਉਂ ਕਹਿ ਲਓ ਕਿ ਰੱਬ ਵੀ ਨਹੀਂ ਕਰਵਾ ਸਕਦਾ। ਤਾਂ ਫਿਰ ਜਿਹੜੇ ਅਸੀਂ ਕਰਮ ਕਰ ਚੁੱਕੇ ਹਾਂ, ਇੱਕ ਬੰਦਾ ਚੱਲਣਾ ਚਾਹੁੰਦਾ ਹੈ ਸਤਿਗੁਰੂ ਦੇ ਰਸਤੇ ਦੇ ਉੱਤੇ, ਨਾਮ ਦੇ ਰਸਤੇ ਦੇ ਉੱਤੇ, ਤੇ ਜਿਹੜੇ ਕਰਮ ਕੀਤੇ ਨੇ ਉਹਨਾਂ ਦਾ ਕੀ ਬਣੇਗਾ? ਤਾਂ ਸਤਿਗੁਰੂ ਜੀ ਨੇ ਇੱਥੇ ਇੱਕ ਬੜਾ ਸਾਨੂੰ ਇੱਕ ਪੋਜ਼ਿਟਿਵ ਔਰ ਮੋਟੀਵੇਟਿੰਗ ਔਰ ਲਿਬਰੇਟਿੰਗ ਮੈਸੇਜ ਇਹਦੇ ਵਿੱਚ ਸਤਿਗੁਰੂ ਦੇ ਰਹੇ। ਸੱਚ ਪੁੱਛੋ ਤੇ ਇਹ ਜੋ ਪੌੜੀ ਹੈ ਇੱਕ ਜਗਿਆਸੂ ਦੀ, ਗੁਰੂ ਨਾਨਕ ਦੇ ਰਾਹ ਦੇ ਉੱਤੇ ਤੁਰਨ ਵਾਲੇ ਦੀ, ਪੂਰੇ ਕਰਮ ਸਿਧਾਂਤ ਤੋਂ ਹੀ ਛੁਟਕਾਰਾ ਦਿਵਾ ਦਿੰਦੀ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਬੰਦਾ ਮਾਇਆ ਦੇ ਵਿੱਚ ਵਿਆਪ ਕੇ, ਵਿਕਾਰਾਂ ਦੇ ਵਿੱਚ ਬੰਨਿਆ ਜਾ ਕੇ, ਉਹਨਾਂ ਦੀ ਪਕੜ ਦੇ ਵਿੱਚ ਆ ਕੇ ਉਹਦਾ ਜੀਵਨ ਮੈਲਾ ਹੋ ਜਾਂਦਾ ਹੈ, ਫਿਰ ਉਹ ਮਾੜੇ ਕਰਮ ਕਰਦਾ ਹੈ। ਮਾੜੇ ਕਰਮ ਕਰਦਾ ਹੈ ਤਾਂ ਉਹਦੇ ਮਨ ਨੂੰ ਮੈਲ ਲੱਗਦੀ ਹੈ। ਉਹਨਾਂ ਦਾ ਅਸਰ ਕੀ ਹੁੰਦਾ ਹੈ ਕਰਮਾਂ ਦਾ, ਕਿ ਉਹਦੀ ਮੱਤ ਜਿਹੜੀ ਹੈ ਉਹ ਪਾਪਾਂ ਨਾਲ ਹੀ ਭਰੀ ਜਾਂਦੀ ਹੈ। ਉਹਦੇ ਸੰਸਕਾਰ ਜਿਹੜੇ ਹਨ ਉਹ ਪਾਪਾਂ ਵਾਲੇ ਹੀ ਹੋ ਜਾਂਦੇ ਹਨ, ਮਾੜੇ ਪਾਸੇ ਹੀ ਲਿਜਾਣ ਵਾਲੇ ਹੋ ਜਾਂਦੇ ਹਨ। ਤੇ ਨਤੀਜਾ ਕੀ ਹੁੰਦਾ? ਅੱਗੋਂ ਹੋਰ ਮਾੜੇ ਕੰਮ ਕਰ। ਕਿਉਂਕਿ ਸੰਸਕਾਰ ਕੀ ਹਨ? ਜਦੋਂ ਕਿ ਅਸੀਂ ਕਿਸੇ ਵੀ ਕਰਮ ਨੂੰ ਕਰਦੇ ਹਾਂ ਤੇ ਸਾਡੇ ਮਨ ਦੇ ਉੱਤੇ ਉਹ ਇੱਕ ਅਸਰ ਛੱਡ ਜਾਂਦੇ ਹਨ। ਵਿਦਵਾਨ ਕਹਿੰਦੇ ਆ ਕਿ ਜਿਵੇਂ ਕੋਈ ਦੋ ਚੀਜ਼ਾਂ ਦਾ ਆਪਸ ਦੇ ਵਿੱਚ ਮੇਲ ਹੋਵੇ ਤੇ ਉਹਦੇ ਉੱਤੇ ਘਸਣ ਦੇ ਨਿਸ਼ਾਨ ਪੈ ਜਾਂਦੇ ਹਨ, ਉਸੇ ਢੰਗ ਦੇ ਨਾਲ ਹੀ ਜੋ ਸਾਡੇ ਕਰਮ ਹਨ ਉਹ ਸਾਡੇ ਮਨ ਦੇ ਉੱਤੇ ਜਿਵੇਂ ਖੁਰਚ ਕੇ ਇੱਕ ਨਿਸ਼ਾਨ ਛੱਡ ਜਾਂਦੇ ਹਨ, ਉਸੇ ਨੂੰ ਸੰਸਕਾਰ ਕਹਿੰਦੇ ਹਨ। ਤੇ ਉਹ ਸੰਸਕਾਰ ਜਿਹੜੇ ਹਨ ਉਹ ਕੀ ਹਨ ਕਿ ਉਹ ਸੰਸਕਾਰ ਸਾਡੇ ਅੱਗੋਂ ਦੇ ਕੰਮ ਕਰਦੇ ਆ, ਜਿਹੜੇ ਅੱਗੇ ਦੇ ਕਰਮ ਨੇ ਉਹਨਾਂ ਦਾ ਇੱਕ ਬਲੂਪ੍ਰਿੰਟ ਬਣ ਜਾਂਦੇ ਹਨ। ਅਸੀਂ ਉਸੇ ਚੀਜ਼ ਨੂੰ ਦੁਬਾਰਾ ਰਿਪੀਟ ਕਰਦੇ ਹਾਂ, ਸੰਸਕਾਰ ਹੋਰ ਡੂੰਘੇ ਹੁੰਦੇ ਹਨ। ਇਸ ਤਰੀਕੇ ਨਾਲ ਇਹ ਜਿਹੜਾ ਇੱਕ ਨਾ ਮੁੱਕਣ ਵਾਲਾ ਚੱਕਰ ਚੱਲਦਾ ਜਾਂਦਾ ਕਿ ਪਹਿਲਾਂ ਕਰਮ ਕੀਤਾ, ਉਹਦਾ ਸੰਸਕਾਰ ਹੋਇਆ, ਫਿਰ ਇੱਕ ਹੋਰ ਉਸੇ ਸੰਸਕਾਰ ਦੇ ਮੁਤਾਬਕ ਕਰਮ ਕੀਤਾ, ਹੋਰ ਸੰਸਕਾਰ ਹੋਇਆ। ਤੇ ਇਉਂ ਹੁੰਦਾ ਕੀ ਹੈ ਕਿ ਮਨੁੱਖ ਦੇ ਮਨ ਦੇ ਅੰਦਰ, ਮੱਤ ਦੇ ਅੰਦਰ ਪਾਪਾਂ ਦੀ ਮੈਲ ਭਰ ਜਾਂਦੀ ਹੈ। ਮਨੁੱਖ ਦਾ ਜੀਵਨ ਗੰਦਾ ਹੋ ਜਾਂਦਾ ਹੈ। ਉਹ ਮਾੜੇ ਹੀ ਕਰਮ ਕਰਦਾ ਹੈ, ਉਹਨਾਂ ਦੇ ਵਿੱਚ ਹੀ ਸਵਾਦ ਲੈਂਦਾ। ਸਤਿਗੁਰੂ ਜੀ ਕਹਿੰਦੇ ਹਨ ਜਿਵੇਂ ਮੈਲੇ ਕੱਪੜੇ ਨੂੰ ਅਸੀਂ ਸਾਬਣ ਨਾਲ ਧੋ ਲੈਂਦੇ ਹਾਂ, ਤੇ ਇਸੇ ਤਰ੍ਹਾਂ ਦੀ ਜਿਹੜੀ ਭੈੜੀ ਮੱਤ ਹੈ, ਮੈਲੀ ਹੋਈ ਮੱਤ ਹੈ, ਉਹ ਧੁੱਪ ਹੈ ਨਾਵੇਂ ਕਰਮ। ਔਰ ਉਹ ਕਹਿੰਦੇ ਨੇ ਕਿ ਜਿਹੜੀ ਮੱਤ ਭਰੀ ਹੋਈ ਹੈ ਮੈਲੀ, ਸਾਡੇ ਕੀਤੇ ਹੋਏ ਕਰਮ ਹਨ, ਜੋ ਸਾਡਾ ਸੁਭਾਅ ਮਾੜੇ ਕਰਮਾਂ ਦਾ ਬਣ ਚੁੱਕਾ ਹੈ, ਮਤ ਸਮਝੀ ਕਿ ਇਹ ਜਿਹੜੀ ਚੀਜ਼ ਹੈ ਇਹ ਕਹਿਣ ਦੀ ਗੱਲ ਹੈ। ਇਹ ਅਸਲੀਅਤ ਹੈ ਕਿ ਜੋ ਜੋ ਅਸੀਂ ਕਰਮ ਕਰਦੇ ਹਾਂ, ਅਸੀਂ ਲਿਖ ਲੈ ਜਾਓ, ਕਰ ਕਰ ਕਰਨਾ ਲਿਖ ਲੈ ਜਾਓ। ਇਹ ਅਸੀਂ ਆਪਣੇ ਨਾਲ ਲਿਖ ਕੇ ਲਿਜਾਂਦੇ ਹਾਂ, ਸਾਡੇ ਮਨ ਦੇ ਉੱਤੇ ਲਿਖੇ ਜਾਂਦੇ ਹਨ, ਉਹ ਛਾਪ ਪੈ ਜਾਂਦੀ ਹੈ ਤੇ ਸਾਡਾ ਸੁਭਾਅ ਹੀ ਉਹੋ ਜਿਹਾ ਬਣ ਜਾਂਦਾ ਹੈ। ਆਪੇ ਬੀਜ ਆਪੇ ਹੀ ਖਾਓ। ਤੇ ਜਦੋਂ ਅਸੀਂ ਇਹੀ ਕਰਮ ਕਰਦੇ ਹਾਂ ਤਾਂ ਫਲ ਵੀ ਸਾਨੂੰ ਲੈਣਾ ਪੈਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਇਹਦਾ ਫਲ ਜੋ ਅਲਟੀਮੇਟਲੀ ਮਿਲਦਾ ਹੈ ਉਹ ਇਹ ਹੈ ਕਿ ਉਹ ਜੀਵਨ ਜਿਹੜਾ ਅਸੀਂ ਸਫਲ ਕਰਨ ਆਏ ਸੀ, ਉਹ ਹੁਣ ਉਹ ਸਫਲ ਨਹੀਂ ਹੁੰਦਾ। ਤੇ ਸਫਲ ਹੋਣ ਦੀ ਥਾਂ ਤੇ ਆਵੋ ਜਾਓ ਦਾ ਗੇੜ ਹੈ ਜਿਹੜਾ, ਉਹ ਸ਼ੁਰੂ ਹੋ ਜਾਂਦਾ ਹੈ। ਨਾਨਕ ਹੁਕਮੀ ਆਵੋ ਜਾਓ। ਇੱਥੇ ਗੱਲ ਹੁਕਮੀ ਦੀ ਕਹੀ ਹੈ ਸਤਿਗੁਰੂ ਜੀ ਨੇ, ਕਿਉਂਕਿ ਇਹ ਸਾਰਾ ਜੋ ਨਿਯਮ ਬਣਿਆ ਹੈ ਕਿ ਜੋ ਅਸੀਂ ਕਰਮ ਕਰਦੇ ਹਾਂ ਅਸੀਂ ਉਹਦਾ ਫਲ ਭੁਗਤਣਾ ਹੈ। ਸਾਡੇ ਮਨ ਦੇ ਵਿੱਚ ਉਹਦੀ ਮੈਲ ਜੰਮਣੀ ਹੈ ਮਾੜੇ ਕੰਮ ਦੀ, ਤੇ ਉਸ ਨੂੰ ਮੈਲ ਨੇ ਸਾਡੇ ਕੋਲੋਂ ਹੋਰ ਮਾੜੇ ਕੰਮ ਕਰਾਉਣੇ ਹਨ, ਉਹ ਮਾੜੇ ਸੰਸਕਾਰਾਂ ਨੇ ਫਿਰ ਮਾੜੇ ਕੰਮ ਕਰਾਉਣੇ ਹਨ, ਤੇ ਉਹਨਾਂ ਦਾ ਫਲ ਵੀ ਸਾਨੂੰ ਹੀ ਲੈਣਾ ਪੈਣਾ ਹੈ। ਆਪੇ ਬੀਜ ਆਪੇ ਹੀ ਖਾਓ, ਇਹ ਇੱਕ ਉਹਦੇ ਹੁਕਮ ਦੇ ਅਧੀਨ ਇਹ ਨਿਯਮ ਹੈ ਜਿਹੜਾ ਕਿ ਅਪਲਾਈ ਹੋਣਾ ਹੀ ਹੋਣਾ ਹੈ ਸਾਡੇ। ਤਾਂ ਫਿਰ ਰਸਤਾ ਕੀ ਹੈ? ਰਸਤਾ ਇਹ ਹੈ ਕਿ ਪਹਿਲੇ ਅਸੀਂ ਪਾਪਾਂ ਨੂੰ, ਮਾੜੇ ਕਰਮਾਂ ਨੂੰ ਪਿਆਰ ਕਰ ਰਹੇ ਹਾਂ, ਤੇ ਹੁਣ ਸਤਿਗੁਰੂ ਜੀ ਕਹਿੰਦੇ ਹਨ ਇਹਨੂੰ ਧੋਣ ਦਾ ਇੱਕੋ ਹੀ ਤਰੀਕਾ ਹੈਗਾ ਕਿ ਜਿਹੜਾ ਪਿਆਰ ਸਾਡਾ ਪਾਪਾਂ ਦੇ ਨਾਲ ਪਿਆ ਹੋਇਆ ਹੈ, ਉਹ ਪਿਆਰ ਜਿਹੜਾ ਹੈ ਹੁਣ ਅਸੀਂ ਉਧਰੋਂ ਹਟਾ ਕੇ ਉਸ ਅਕਾਲ ਪੁਰਖ ਦੇ ਨਾਲ ਪਿਆਰ ਪਾਈਏ, ਤਾਂ ਕਿ ਸਾਨੂੰ ਉਹਦੇ ਕੋਲੋਂ ਗੁਣਾਂ ਦੀ ਪ੍ਰਾਪਤੀ ਹੋਵੇ, ਚੰਗੀ ਮੱਤ ਦੀ ਪ੍ਰਾਪਤੀ ਹੋਵੇ ਤੇ ਸਾਡੇ ਕਰਮ ਚੰਗੇ ਹੋਣ।
ਇਹੀ ਇੱਕ ਤਰੀਕਾ ਹੈ ਆਪਣੀ ਮਤ ਦੀ ਮੈਲ ਨੂੰ ਧੋਣ ਦਾ। ਇਸ ਤੋਂ ਅਸੀਂ ਬਿਨਾਂ ਅਸੀਂ ਆਪਣੇ ਮਨ ਦੇ ਜੋ ਮਤ ਸਾਡੇ ਅੰਤःਕਰਨ ਦੀ ਜਿਹੜੀ ਮੈਲ ਹੈ, ਅਸੀਂ ਉਹਨੂੰ ਧੋ ਨਹੀਂ ਸਕਦੇ। ਉਹ ਧੁੱਪ ਹੈ, ਨਾਵੇਂ ਕੈ ਰੰਗ। ਇਹੀ ਇੱਕੋ ਇੱਕ ਤਰੀਕਾ ਹੈ। ਹੁਣ ਇੱਥੇ ਇਹ ਗੱਲ ਵਿਚਾਰ ਕਰਨ ਵਾਲੀ ਹੈ ਕਿ ਕਿੱਥੇ ਇੱਕ ਪਾਸੇ ਉਹ ਫਲਸਫਾ ਜਿਹੜਾ ਕਹਿੰਦਾ ਕਿ ਹਰ ਕੀਤੇ ਕਰਮ ਦਾ ਭਾਈ ਫਲ ਭੁਗਤਣਾ ਹੀ ਪੈਣਾ ਹੈ, ਇਹਦੇ ਤੋਂ ਤੈਨੂੰ ਕੋਈ ਬਚਾ ਨਹੀਂ ਸਕਦਾ। ਤੇ ਇੱਥੇ ਸਤਿਗੁਰੂ ਜੀ ਸਾਨੂੰ ਇਹ ਇੱਕ ਕਿੰਨਾ ਮਤਲਬ ਉਤਸ਼ਾਹ ਵਾਲਾ ਮੈਸੇਜ ਦੇ ਰਹੇ ਹਨ ਕਿ ਨਹੀਂ, ਇਹ ਪੋਸੀਬਲ ਹੈ। ਭਾਵੇਂ ਤੇਰੀ ਮਤ ਕਿੰਨੇ ਵੀ ਪਾਪਾਂ ਨਾਲ ਭਰੀ ਗਈ ਕਿਉਂ ਨਾ ਹੋਵੇ, ਤੈਨੂੰ ਤਾਂ ਬਸ ਇੱਕੋ ਹੀ ਕੰਮ ਕਰਨ ਦੀ ਲੋੜ ਹੈ। ਉਹ ਪ੍ਰਭੂ ਦੇ ਨਾਮ ਦੇ ਨਾਲ, ਪ੍ਰਭੂ ਦੇ ਨਾਲ ਪਿਆਰ ਪਾ ਲੈ, ਉਹਦੇ ਰੰਗ ਵਿੱਚ ਰੰਗਿਆ ਜਾ। ਤੇ ਜਦੋਂ ਤੇਰੀ ਉਹ ਅਵਸਥਾ ਆ ਗਈ ਤੇ ਤੇਰੇ ਮਨ ਮਤ ਦੇ ਉੱਤੇ ਜਿੰਨੀ ਵੀ ਪਾਪਾਂ ਦਾ ਰੰਗ ਚੜਿਆ ਹੋਇਆ, ਮੈਲ ਚੜੀ ਹੋਈ ਹੈ, ਉਹ ਸਾਰੀ ਉਸ ਅਕਾਲ ਪੁਰਖ ਦੇ ਪਿਆਰ ਨਹੀਂ ਉਤਾਰ ਦੇਣੀ। ਤੇ ਜੇ ਨਹੀਂ ਕਰੇਗਾ ਫੇਰ ਤੈਨੂੰ ਭੁਗਤਣਾ ਪੈਣਾ ਹੈ। ਪਰ ਜੇ ਤੇਰੇ ਮਤ ਦੇ ਉੱਤੇ ਨਾਮ ਦਾ ਪਿਆਰ ਚੜ ਗਿਆ, ਪ੍ਰਭੂ ਦਾ ਪਿਆਰ ਚੜ ਗਿਆ, ਤਾਂ ਫੇਰ ਉਹ ਜਿਹੜੇ ਵਿਕਾਰ ਨੇ ਉਹ ਖਿੱਚ ਨਹੀਂ ਪਾ ਸਕਣਗੇ। ਜਦੋਂ ਤੈਨੂੰ ਖਿੱਚ ਨਹੀਂ ਪਾਣਗੇ, ਤੇਰੇ ਅੱਗੋਂ ਕੀਤੇ ਜਾਣ ਵਾਲੇ ਮੰਦੇ ਕੰਮ ਬੰਦ ਹੋ ਗਏ, ਤਾਂ ਇਹ ਮੈਲ ਧੋਤੀ ਗਈ। ਕਿਉਂਕਿ ਹੁਣ ਪਿਆਰ ਤੇ ਪ੍ਰਭੂ ਨਾਲ ਹੈ। ਜਿਸ ਚੀਜ਼ ਨਾਲ ਪਿਆਰ ਹੋਵੇ, ਅਸੀਂ ਕੰਮ ਤਾਂ ਉਹੀ ਕਰਦੇ ਆ ਜਿਹਦੇ ਨਾਲ ਪਿਆਰ ਹੋਵੇ। ਜਦੋਂ ਤੱਕ ਪਾਪਾਂ ਨਾਲ ਪਿਆਰ ਸੀ, ਅਸੀਂ ਪਿਆਰ ਸੀ ਤਾਂ ਅਸੀਂ ਪਾਪ ਹੀ ਕਰੀ ਜਾ ਰਹੇ ਸੀ। ਹੁਣ ਉਸ ਪ੍ਰਭੂ ਨਾਲ ਪਿਆਰ ਹੈ ਤਾਂ ਪ੍ਰਭੂ ਦੀ ਦਿੱਤੀ ਮਤ ਦੇ ਮੁਤਾਬਕ ਕੰਮ ਕਰਾਂਗੇ। ਤਾਂ ਇਹੀ ਮੰਦੇ ਕਰਮਾਂ ਦਾ ਧੋਤੇ ਜਾਣਾ ਹੈ। ਇਸ ਤੋਂ ਪਿੱਛੋਂ ਹੋਰ ਕੋਈ ਜਿਹੜੀ ਬਾਕੀ ਗੱਲ ਹੈ, ਉਹ ਫਲ ਭੁਗਤਣ ਵਾਲੀ ਜਿਹੜੀ ਹੈ, ਉਹ ਬਾਕੀ ਨਹੀਂ ਰਹਿ ਜਾਂਦੀ। ਇਹ ਅਨੇਕਾਂ ਥਾਵਾਂ ਤੇ ਗੁਰਬਾਣੀ ਦੇ ਵਿੱਚ ਇਹ ਸਿਧਾਂਤ ਗੁਰੂ ਸਾਹਿਬ ਨੇ ਵੱਖੋ-ਵੱਖ ਤਰੀਕਿਆਂ ਦੇ ਨਾਲ ਸਾਨੂੰ ਸਮਝਾਇਆ ਹੈ। ਜਿਸ ਤਰ੍ਹਾਂ ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਫਿਰ ਉਹ ਨਿਬੜ ਗਿਆ ਲੇਖਾ। ਪੁਰਾਣਾ ਲੇਖਾ ਜਿਹੜਾ ਕਹਿੰਦੇ ਸੀ ਮਿਟਦਾ ਨਹੀਂ। ਇੱਕ ਇੱਕ ਕਰਮ ਦਾ ਲੇਖਾ ਚਿੱਤਰਗੁਪਤ ਬੈਠੇ ਲਿਖੀ ਜਾਂਦੇ ਨੇ। ਧਰਮਰਾਜ ਉਹਨਾਂ ਦਾ ਹਿਸਾਬ ਕਰਦਾ ਹੈ, ਨਿਆਂ ਦਿੰਦਾ ਹੈ, ਉਹਦੇ ਮੁਤਾਬਕ ਸਜ਼ਾ ਦਿੰਦਾ ਹੈ, ਫਲ ਦਿੰਦਾ ਹੈ। ਸਤਿਗੁਰੂ ਜੀ ਕੀ ਕਹਿ ਰਹੇ ਹਨ ਕਿ ਤਿਨ ਕਾ ਲੇਖਾ ਨਿਬੜਿਆ। ਉਹ ਲੇਖਾ ਹੀ ਨਿਬੜ ਗਿਆ। ਧਰਮ ਰਾਏ ਦਰ ਕਾਗਜ਼ ਫੜੇ, ਉਹ ਕਾਗਜ਼ ਹੀ ਫਟ ਗਏ। ਮਤਲਬ ਇਹ ਹੈ ਕਿ ਉਹ ਹਿਸਾਬ ਕਿਤਾਬ ਹੀ ਜਿਹੜਾ ਉਹ ਸਾਨੂੰ ਸੁਣਾਇਆ ਜਾਂਦਾ ਸੀ, ਡਰਾਉਣ ਦੇ ਵਾਸਤੇ ਵੀ ਸਾਡਾ ਇੱਕ ਇੱਕ ਹਿਸਾਬ ਹੈ ਤੇ ਇਹਦਾ ਫਲ ਭੁਗਤਣਾ ਪੈਣਾ ਹੈ। ਔਰ ਇਸ ਤੋਂ ਬਚਣ ਦੇ ਲਈ ਤੈਨੂੰ ਕੀ ਕਰਨਾ ਪੈਣਾ? ਤੈਨੂੰ ਕੁਛ ਨਾ ਕੁਛ ਕਰਮ ਦੱਸ ਦਿੱਤੇ ਜਾਣਗੇ। ਇਹ ਦਾਨ ਕਰ, ਇਹ ਤੀਰਥ ਇਸ਼ਨਾਨ ਕਰ, ਇਹ ਯੱਗ ਕਰ, ਇਹ ਫਲਾਣਾ ਕਰ। ਸਤਿਗੁਰੂ ਕਹਿੰਦੇ ਹਨ ਕਿ ਉਹ ਤਾਂ ਕਰਨ ਦੀ ਲੋੜ ਕਿਉਂ ਪਏਗੀ? ਸਿਰਫ ਇੱਕੋ ਕੰਮ ਕਰ, ਉਸ ਪ੍ਰਭੂ ਦੇ ਨਾਲ ਪਿਆਰ ਕਰ ਤੇ ਤੇਰਾ ਸਾਰਾ ਹੀ ਲੇਖਾ ਨਿਬੜ ਜਾਏ। ਇੱਕ ਹੋਰ ਜਗ੍ਹਾ ਤੇ ਵੀ ਬਾਣੀ ਦੇ ਵਿੱਚ ਆਉਂਦਾ ਹੈ ਕਿ ਜੇ ਗਿੱਦੜਾਂ ਦੇ ਜਿਹੜੇ ਕੰਮ ਭਾਵ ਕਰਮਾਂ ਤੋਂ ਹੀ ਸਾਨੂੰ ਛੋਟੀ ਛੋਟੀ ਜਿਹੜੀ ਚੀਜ਼ ਹੈ, ਛੋਟੇ ਛੋਟੇ ਕੰਮ, ਆਫਟਰ ਆਲ ਉਹਨਾਂ ਦੀ ਹਸਤੀ ਅਕਾਲ ਪੁਰਖ ਦੇ ਸਾਹਮਣੇ ਕੀ ਹੈ? ਜੇ ਅਸੀਂ ਉਹਦੇ ਕੋਲੋਂ ਹੀ ਡਰਦੇ ਰਹਿਣਾ ਹੈ ਤੇ ਇੱਕ ਲਾਡ ਦੇ ਨਾਲ ਕਹਿ ਰਹੇ ਹਨ ਕਿ ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਕਰਸ ਹੈ। ਵੀ ਜੇ ਗਿੱਦੜਾ ਕੋਲੋਂ ਹੀ ਡਰਦੇ ਰਹਿਣਾ ਕਿ ਮੈਂ ਫਲਾਣਾ ਕੰਮ ਅੱਜ ਤੋਂ ਇੰਨੇ ਸਾਲ ਜਾਂ ਪਿਛਲੇ ਜਨਮ ਦੇ ਵਿੱਚ ਕੀਤਾ ਹੋਇਆ ਤੇ ਮੈਨੂੰ ਹੁਣ ਵੀ ਉਹਦਾ ਫਲ ਭੁਗਤਣਾ ਹੀ ਪੈਣਾ, ਮੇਰਾ ਛੁਟਕਾਰਾ ਨਹੀਂ ਹੈ, ਤੇ ਫਿਰ ਮੈਂ ਪ੍ਰਭੂ ਤੇਰੀ ਸ਼ਰਨ ਵਿੱਚ ਆ ਕੇ ਲੈਣਾ ਕੀ ਹੈ? ਹੁਣ ਇਹ ਸਮਝਾ ਰਹੇ ਹਨ ਬੜੇ ਵਿਅੰਗਾਤਮਕ ਤਰੀਕੇ ਦੇ ਨਾਲ ਕਿ ਭਾਈ ਉਹ ਸਿੰਘ ਦੀ ਸ਼ਰਨ ਵਿੱਚ ਜਦੋਂ ਪੈ ਗਏ ਤਾਂ ਫਿਰ ਗਿੱਦੜਾਂ ਕੋਲੋਂ ਡਰਨ ਦੀ ਲੋੜ ਨਹੀਂ ਹੈ। ਉਹ ਸਾਨੂੰ ਸਮਝਾ ਰਹੇ ਹਨ। ਪ੍ਰਭੂ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ, ਉਹ ਤੇ ਲਾਡ ਨਾਲ ਕਹਿ ਰਹੇ ਹਨ। ਭਗਤ ਜਿਵੇਂ ਕਹਿੰਦੇ ਹਨ, ਸਾਨੂੰ ਇਹ ਸਮਝਾ ਰਹੇ ਹਨ ਕਿ ਜਦੋਂ ਨਾਵੇਂ ਕੈ ਰੰਗ ਦੇ ਵਿੱਚ ਆ ਗਏ, ਉਹ ਧੁੱਪ ਹੈ ਨਾਵੇਂ ਕੈ ਰੰਗ। ਤੋ ਸਤਿਗੁਰੂ ਜੀ ਨੇ ਇੱਥੇ ਨਾਮ ਦੇ ਨਾਲ ਸਾਡੇ ਪਾਪਾਂ ਨੂੰ ਧੋਣ ਦੀ ਗੱਲ ਜਿਹੜੀ ਕਰਕੇ ਸਮਝਾ ਦਿੱਤੀ ਹੈ ਸਾਨੂੰ ਬੜੇ ਵਿਸਥਾਰ ਦੇ ਵਿੱਚ। ਔਰ ਇਹ ਕਹਿ ਦਿੱਤਾ ਹੈ ਕਿ ਹੁਣ ਇਹ ਅਗਰ ਨਾਮ ਦੇ ਵਿੱਚ ਤੂੰ ਜੁੜ ਗਿਆ ਮੇਰੇ ਭਾਈ, ਤਾਂ ਉਸ ਤੋਂ ਬਾਅਦ ਤੈਨੂੰ ਕਿਸੇ ਕਰਮਾਂ ਦੇ ਹਿਸਾਬ ਕਿਤਾਬ ਤੋਂ ਲੜਨ ਦੀ ਲੋੜ ਨਹੀਂ ਹੈ, ਡਰਨ ਦੀ ਲੋੜ ਨਹੀਂ ਹੈ। ਕਿਉਂ? ਕਿਉਂਕਿ ਉਹ ਧੁੱਪ ਹੈ। ਹੁਣ ਉਹ ਧੁੱਪ ਗਏ ਨੇ, ਉਹ ਸਭ ਕੁਝ ਧੁੱਪ ਗਿਆ। ਸਾਰੇ ਪਾਪ ਕਰਮ, ਉਹਨਾਂ ਦੇ ਅਸਰ, ਸਭ ਕੁਝ ਜਿਹੜਾ ਹੈ ਉਹ ਧੋਤਾ ਗਿਆ ਹੈ। ਕਿਉਂ? ਕਿਉਂਕਿ ਤੂੰ ਆਪਣੇ ਆਪ ਨੂੰ ਨਾਮ ਦੇ ਰੰਗ ਵਿੱਚ ਰੰਗ ਲਿਆ ਹੈ। ਹੁਣ ਸਤਿਗੁਰੂ ਜੀ ਅੱਗੇ ਜਿਸ ਤਰ੍ਹਾਂ ਅਸੀਂ ਪੁਰਾਣੇ, ਹਾਂਜੀ ਅਗਲੀ ਪੌੜੀ ਕਰੋ ਜੀ। ਅਸੀਂ ਪੁਰਾਣੇ ਪ੍ਰਚਲਿਤ ਵਿਚਾਰਾਂ ਦੇ ਵਿੱਚ ਜਕੜੇ ਹੋਏ। ਆਓ ਇੱਕ ਵਾਰੀ ਪਹਿਲਾਂ ਇਹਦੇ ਵਿਚਾਰ ਕਰਨ ਤੋਂ ਪਹਿਲੇ ਇਹਦਾ ਵੀ ਇੱਕ ਵਾਰ ਪਾਠ ਕਰ ਲਈਏ ਜੀ।
तीरथ तप दया दत दान, जेको पावै तिल का मान, सुनिया मन्निया मन कीता भाओ, अंतरगत तीरथ मल नाम। सब गुण तेरे मैं नाही कोय, बिन गुण कीते भगत ना हो। स्वस्थ आथ बाणी बरमाओ, सत सुहान सदा मन चाओ। कवन सो वेला वक्त कवन, कवन थित कवन वार, कवन से रुती माँ कवन जित होआ आकार। वेल न पाइया पंडिती, जे होवै लेख पुराण, वक्त न पायो कादियां, जे लिखन लेख कुरान। थित वार ना जोगी जानै, रुत माह न कोई, जा कर तासिर ठीका साजै, आपे जानै सोई। किव का राखा किव सा लाही, क्यों वरनी किव जाना। नानक आखन सब को आखै, इक दो इक सियाना। वड्डा साहिब वड्डी नाई, कीता जांका होवै। नानक जे को आपो जाणै, अगे ਗਿਆ ਨਾ ਸੋਈ। तो ਹੁਣ ਅਸੀਂ ਪੁਰਾਣੇ ਪ੍ਰਚਲਿਤ ਵਿਚਾਰਾਂ ਦੇ ਵਿੱਚ ਜਕੜੇ ਹੋਏ ਹਾਂ। ਤੀਰਥ ਕਰਨਾ, ਤਪ ਕਰਨਾ, ਦਇਆ ਦਾਨ ਦੇਣਾ, ਇਹ ਸਾਰੇ ਕਰਮਾਂ ਨੂੰ ਅਸੀਂ ਪਕੜ ਕੇ ਬੈਠੇ ਹਾਂ। ਇਹਨਾਂ ਨੂੰ ਅਸੀਂ ਅੱਜ ਵੀ ਫੜਿਆ ਹੋਇਆ, ਅੱਜ ਵੀ ਅਸੀਂ ਛੱਡਿਆ ਨਹੀਂ ਆ। ਅੱਜ ਵੀ ਅਸੀਂ ਤੀਰਥ ਬਦਲ ਲਏ ਹਨ, ਯਾਤਰਾਵਾਂ ਕਰ ਰਹੀਆਂ। ਤਪ ਸਤਿਗੁਰੂ ਜੀ ਨੇ ਇੰਨੀ ਨਿਖੇਧੀ ਕੀਤੀ ਆ, ਪਰ ਹੁਣ ਅਸੀਂ ਤੇ ਗੁਰੂ ਸਾਹਿਬ ਦੇ ਤਪ ਸਥਾਨ ਬਣਾ ਛੱਡੇ ਹਨ, ਭੋਰੇ ਬਣਾ ਛੱਡੇ ਹਨ। ਦਾਨ ਦੇਣ ਨੂੰ ਵੀ ਜੋ ਹੈ, ਉਹ ਵੀ ਅਸੀਂ ਇੱਕ ਬੜਾ ਵੱਡਾ ਪੁੰਨ ਮੰਨ ਲਿਆ ਹੈ। ਤੁਸੀਂ ਕਿਸੇ ਗੁਰਦੁਆਰੇ ਜਾ ਕੇ ਸਿੱਲਾਂ ਲੱਗੀਆਂ ਦੇਖ ਲਓ, ਸਟੇਜਾਂ ਤੋਂ ਅਨਾਉਂਸਮੈਂਟਾਂ ਹੁੰਦੀਆਂ ਦੇਖ ਲਓ, ਦਾਨੀ ਹੋਣਾ ਤੇ ਬੜਾ ਵੱਡਾ ਕੰਮ ਮੰਨ ਲਿਆ। ਪਰ ਸਤਿਗੁਰੂ ਜੀ ਕੀ ਕਹਿ ਰਹੇ ਹਨ, ਔਰ ਇਹਨਾਂ ਨੂੰ ਅਸੀਂ ਮੁਕਤੀ ਦੇ ਸਾਧਨ ਵੀ ਮੰਨ ਲੈਂਦੇ ਹਾਂ ਕਿ ਵੀ ਸ਼ਾਇਦ ਇਹਨਾਂ ਦੇ ਨਾਲ ਹੀ ਸਾਨੂੰ ਮੁਕਤੀ ਮਿਲ ਜਾਣੀ। ਪਰ ਸਤਿਗੁਰੂ ਜੀ ਕਹਿੰਦੇ ਹਨ ਕਿ ਨਹੀਂ, ਇਹਨਾਂ ਤੋਂ ਰੁਕਦੇ ਹਨ। ਸਤਿਗੁਰੂ ਜੀ ਇਹਨਾਂ ਦੀ ਨਿਖੇਧੀ ਕਰਦੇ ਹਨ ਔਰ ਇਹ ਦੱਸਦੇ ਹਨ ਕਿ ਨਿਸਫਲ ਹਨ, ਇਹਨਾਂ ਦਾ ਕੋਈ ਫਾਇਦਾ ਨਹੀਂ ਹੈ। ਕਿਉਂ? ਕਿਉਂਕਿ ਸਾਡਾ ਅਸਲ ਮਨੋਰਥ ਤੇ, ਜਿਵੇਂ ਪਹਿਲੀ ਪੌੜੀ ਸਤਿਗੁਰਾਂ ਨੇ ਦੱਸਿਆ ਕਿ ਮਨ ਦੇ ਵਿੱਚੋਂ ਵਿਕਾਰਾਂ ਦੀ ਮੈਲ ਕੱਢਣਾ ਹੈ। ਇਹ ਸਾਰੀਆਂ ਚੀਜ਼ਾਂ ਦੀ ਸਾਡੇ ਲਈ ਇੰਪੋਰਟੈਂਸ ਕਿਵੇਂ ਹੋ ਸਕਦੀ ਹੈ? ਅਸੀਂ ਮਨ ਦੇ ਵਿੱਚੋਂ ਮੈਲ ਕੱਢਣੀ ਹੈ, ਮਨ ਦੇ ਵਿੱਚ ਗੁਣ ਭਰਨੇ ਹਨ, ਮਨ ਦੇ ਵਿੱਚ ਪ੍ਰਭੂ ਦਾ ਪ੍ਰੇਮ ਭਰਨਾ ਹੈ, ਤਾਂ ਫਿਰ ਸਾਨੂੰ ਸਾਧਨ ਵੀ ਤਾਂ ਮਨ ਦੇ ਹੀ ਕਰਨੇ ਪੈਣਗੇ। ਇਸ ਲਈ ਇਹ ਸਾਰੇ ਸਾਧਨ ਵਿਅਰਥ ਹਨ। ਜੇ ਇਹਨਾਂ ਵਿੱਚੋਂ ਕੋਈ ਸਾਨੂੰ ਮਾਣ ਵੀ ਮਿਲ ਜਾਂਦਾ ਸਮਾਜ ਦੇ ਵਿੱਚ, ਤੇ ਉਹਦੇ ਨਾਲ ਵੀ ਸਾਨੂੰ ਕੀ ਫਾਇਦਾ ਹੈ? ਕਿਉਂਕਿ ਸਾਡਾ ਮਨੋਰਥ ਤੇ ਪੂਰਾ ਨਹੀਂ ਹੋਇਆ। ਜੋ ਮਨ ਦਾ ਸੁਧਾਰ ਕਰਨਾ ਸੀ ਉਹ ਤੇ ਪੂਰਾ ਨਹੀਂ ਹੋਇਆ। ਤੇ ਜੇ ਮਨ ਦੇ ਤਲ ਉੱਤੇ, ਮਨ ਦੇ ਪੱਧਰ ਉੱਤੇ ਕੰਮ ਕਰਨਾ ਹੈ, ਤਾਂ ਫਿਰ ਮਨ ਦੀ ਗੱਲ ਹੀ ਕਰਨੀ ਪਏਗੀ ਨਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਵੀ ਜੇ ਤੂੰ ਨਹਾਉਣਾ ਹੀ ਹੈ, ਕਿਉਂਕਿ ਜੇ ਅਸੀਂ ਅੰਦਰ ਸੁਧਾਰਨਾ ਹੈ ਤਾਂ ਫਿਰ ਅੰਦਰ ਵਾਲੇ ਤੀਰਥ ਉੱਤੇ ਹੀ ਮਲ ਮਲ ਕੇ ਨਹਾਉਣਾ ਪਏਗਾ। ਅੰਦਰ ਵਾਲਾ ਤੀਰਥ ਕਿਹੜਾ? ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਬੈਠਾ ਹੈ, ਜਿਹੜਾ ਸਾਰੇ ਗੁਣਾਂ ਦਾ ਸੋਮਾ ਹੈ। ਅਗਰ ਉਸ ਗੁਣਾਂ ਦੇ ਸੋਮੇ ਉੱਤੇ ਜਾ ਕੇ ਅਸੀਂ ਮਲ ਮਲ ਕੇ ਨਹਾਵਾਂਗੇ, ਆਪਣੇ ਔਗੁਣ ਧੋ ਲਵਾਂਗੇ, ਤੇ ਤਾਂ ਹੀ ਗੁਣਾਂ ਦੀ ਪ੍ਰਾਪਤੀ ਹੋਏਗੀ। ਤੇ ਅੰਤਰਗਤ ਤੀਰਥ ਨੂੰ ਉੱਥੇ ਜਾ ਕੇ ਨਹਾਉਣ ਦਾ ਟੈਕਨੀਕ ਕੀ ਹੈ, ਢੰਗ ਕੀ ਹੈ? ਸੁਣਿਆ ਮੰਨਿਆ ਮਨ ਕੀਤਾ ਭਾਵ। ਤੋ ਇਹ ਰਸਤਾ ਹੈ ਅੰਤਰਗਤ ਦੇ ਤੀਰਥ ਦੇ ਉੱਤੇ ਇਸ਼ਨਾਨ ਕਰਨਾ। ਕਿੱਥੇ ਤੀਰਥ ਤਪ ਦਇਆ ਦਤ ਦਾਨ, ਤੇ ਕਿੱਥੇ ਸਤਿਗੁਰੂ ਜੀ ਨੇ ਇਹਦੇ ਸਾਹਮਣੇ ਆਲਟਰਨੇਟਿਵ ਸਾਡੇ ਲਈ ਕੀ ਰੱਖ ਦਿੱਤਾ? ਇਹ ਨਹੀਂ, ਸੁਣਿਆ ਮੰਨਿਆ ਮਨ ਕੀਤਾ ਭਾਵ। ਇਹ ਰਸਤਾ ਹੈ। ਉੱਪਰ ਵਾਲੇ ਨੂੰ ਛੱਡ ਦਿਓ, ਇਹ ਤੇ ਲੋਕਾਂ ਦੇ ਚਵਾਵਾ ਕਰਾਉਣ ਦਾ ਤਰੀਕਾ ਤਾਂ ਬੜਾ ਸੋਹਣਾ ਹੋ ਸਕਦਾ, ਅਸੀਂ ਹੁੰਦੀ ਦੇਖਦੇ ਵੀ ਹਾਂ। ਪਰ ਅਸਲ ਤਰੀਕਾ ਜੇ ਅੰਦਰ ਜਾ ਕੇ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਜਾ ਕੇ ਗੁਣ ਪ੍ਰਾਪਤ ਕਰਨੇ ਹਨ, ਮੈਲ ਉਤਾਰਨੀ ਹੈ, ਤੇ ਫਿਰ ਸੁਣਿਆ ਮੰਨਿਆ ਮਨ ਕੀਤਾ ਭਾਉ, ਇਹ ਰਸਤਾ ਸਾਨੂੰ ਜਿਹੜਾ ਹੈ ਉਹ ਅਪਣਾਉਣਾ ਪੈਣਾ ਹੈ। ਕਿਉਂਕਿ ਅਕਾਲ ਪੁਰਖ ਹੀ ਕੇਵਲ ਇੱਕੋ ਇੱਕ ਗੁਣਾਂ ਦਾ ਦਾਤਾ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਉਹਦੇ ਬਖਸ਼ੇ ਹੋਏ ਗੁਣਾਂ ਤੋਂ ਬਿਨਾਂ ਤਾਂ ਅਸੀਂ ਭਗਤੀ ਵੀ ਨਹੀਂ ਕਰ ਸਕਦੇ।
ਅੱਜ ਅਸੀਂ ਇੱਥੇ ਬੈਠੇ ਹਾਂ ਤੇ ਇਹ ਵੀ ਉਹਦੀ ਕਿਰਪਾ ਦੇ ਨਾਲ ਹੀ ਬੈਠੇ ਹਾਂ। ਇਹ ਗੱਲਾਂ ਜੋ ਸੁਣ ਰਹੇ ਹਾਂ, ਕਰ ਰਹੇ ਹਾਂ, ਇਹ ਵੀ ਉਹਦੀ ਕਿਰਪਾ ਦੇ ਨਾਲ ਹੀ ਕਰ ਰਹੇ ਹਾਂ। ਉਹਨੇ ਸਾਡੇ ਮਨ ਅੰਦਰ ਇਹ ਭਾਵਨਾਵਾਂ ਪੈਦਾ ਕੀਤੀਆਂ ਹਨ, ਕਿਉਂਕਿ ਉਹਦਾ ਹੀ ਦਿੱਤਾ ਤਾਂ ਹੈ ਸਭ ਕੁਝ। ਤਾਂ ਫਿਰ ਸਾਡੇ ਲਈ ਸਭ ਤੋਂ ਵੱਡਾ ਕੌਣ ਹੋਇਆ? ਸਭ ਤੋਂ ਵੱਡਾ ਉਹ ਹੈ, ਅਸੀਂ ਨਮਸਕਾਰ ਕਿਹਨੂੰ ਕਰਨੀ ਹੈ? ਉਹ ਜੋ ਸਾਡੇ ਵਾਸਤੇ ਬਾਣੀ ਭਾਵ ਵੱਡੇ ਵੱਡੇ ਗ੍ਰੰਥਾਂ, ਵੇਦਾਂ ਦਾ ਮੰਤਰ ਜਾਂ ਇਸ ਜਗਤ ਦਾ ਜਿਹੜਾ ਪੈਦਾ ਕਰਨ ਵਾਲਾ ਬ੍ਰਹਮਾ ਮੰਨਿਆ ਜਾਂਦਾ ਹੈ, ਉਹ ਅਸੀਂ ਨਮਸਕਾਰ ਉਹਨਾਂ ਨੂੰ ਨਹੀਂ ਕਰਨੀ, ਅਕਾਲ ਪੁਰਖ ਨੂੰ ਕਰਨੀ ਹੈ। ਕੌਣ? ਜੋ ਸਤ ਸੁਹਾਨ ਸਦਾ ਮਨ ਚਾਓ, ਜੋ ਸਦਾ ਰਹਿਣ ਵਾਲਾ ਹੈ, ਸੁਹਾਨ ਹੈ, ਸੌਂਦਰਯ ਦਾ ਸਭ ਤੋਂ ਵੱਡਾ ਖਜ਼ਾਨਾ ਹੈ, ਸੋਝ ਦਾ ਵੱਡਾ ਸਭ ਤੋਂ ਖਜ਼ਾਨਾ ਹੈ। ਤਾਂ ਉਹਦੇ ਅੱਗੇ ਅਸੀਂ ਨਮਸਕਾਰ ਕਰਨੀ। ਸਵਸਤ ਦਾ ਅਰਥ ਹੀ ਇਹ ਹੈ। ਤੋ ਫਿਰ ਅੱਗੇ ਸਤਿਗੁਰੂ ਕਹਿੰਦੇ ਹਨ ਕਿ ਉਸ ਪ੍ਰਭੂ ਦੇ ਨਾਲ ਜੁੜ ਕੇ ਵੀ ਤੋ ਸਾਡਾ ਮੰਤਵ ਜੋ ਹੈ ਸਾਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਅਕਾਲ ਪੁਰਖ ਦੇ ਅੱਗੇ ਨਮਸਕਾਰ ਕਰਨੀ ਹੈ, ਉਹਨੂੰ ਹੀ ਸਭ ਤੋਂ ਵੱਡਾ ਗਿਣਨਾ ਹੈ। ਉਹਦੇ ਅੱਗੇ ਨਮਸਕਾਰ ਕਰਕੇ ਉਹਦੇ ਕੋਲੋਂ ਅਸੀਂ ਦਾਤਾਂ ਪ੍ਰਾਪਤ ਕਰਨੀਆਂ, ਉਹਦੇ ਕੋਲੋਂ ਗੁਣ ਪ੍ਰਾਪਤ ਕਰਨੇ। ਤੋ ਸਤਿਗੁਰੂ ਕਹਿੰਦੇ ਹਨ ਕਿ ਇੱਕ ਵਾਰੀ ਫਿਰ ਇੱਥੇ ਫਿਰ ਕੌਸ਼ਨ ਕਰ ਰਹੇ ਹਾਂ। ਹੁਣ ਤੱਕ ਆਪਾਂ ਇਹ ਚੀਜ਼ ਨੂੰ ਬਾਰ-ਬਾਰ ਆਬਜ਼ਰਵ ਕੀਤਾ ਹੋਣਾ ਹੈ ਕਿ ਇੱਕ ਧਰਮ ਦੇ ਰਸਤੇ ਉੱਤੇ ਤੁਰਨ ਵਾਲਿਆਂ ਵਾਸਤੇ ਸਭ ਤੋਂ ਵੱਡੀ ਰੁਕਾਵਟ ਹੀ ਸ਼ਾਇਦ ਸਤਿਗੁਰੂ ਜੀ ਕਹਿੰਦੇ ਹਨ ਇਹ ਹੈ ਕਿ ਉਹ ਕੁਦਰਤ ਦੇ ਅੰਤ ਨੂੰ, ਪ੍ਰਭੂ ਦੇ ਅੰਤ ਨੂੰ ਪਾਉਣ ਦੇ ਰਸਤੇ ਤੇ ਤੁਰ ਪੈਂਦਾ ਹੈ, ਜਿਹੜਾ ਕਿ ਪਾਇਆ ਨਹੀਂ ਜਾ ਸਕਦਾ। ਤੋ ਸਤਿਗੁਰੂ ਜੀ ਨੇ ਫਿਰ ਇੱਥੇ ਵੀ ਸਾਨੂੰ ਸਾਵਧਾਨ ਕੀਤਾ ਹੈ ਕਿ ਜਗਤ ਕਦੋਂ ਬਣਿਆ, ਇਹਦੇ ਉੱਤੇ ਜੋਗੀਆਂ ਨੇ, ਪੰਡਤਾਂ ਨੇ, ਕਾਜ਼ੀਆਂ ਨੇ, ਸਭ ਨੇ ਹਿਸਾਬ ਲਗਾ ਲਿਆ, ਆਪੋ ਆਪਣੇ ਵਿਚਾਰ ਦੇ ਦਿੱਤੇ। ਕਈ ਯੁਗਾਂ ਦਾ ਹਿਸਾਬ ਲਗਾ ਲਿਆ, ਕਿੰਨੇ ਯੁੱਗ ਪਹਿਲਾਂ ਅਕਾਲ ਪੁਰਖ ਕਿਸ ਸ਼ਕਲ ਦੇ ਵਿੱਚ ਸੀ, ਉਸ ਤੋਂ ਬਾਅਦ ਕੀ ਹੋਇਆ, ਪਹਿਲਾਂ ਕੀ ਬਣਿਆ, ਪਿੱਛੋਂ ਕੀ ਬਣਿਆ। ਤਾਂ ਸਤਿਗੁਰੂ ਜੀ ਨੇ ਇਹਦੇ ਵਾਸਤੇ ਸਵਾਲ ਖੜੇ ਕੀਤੇ ਨੇ, ਆਪ ਜੀ ਦੇ ਸਾਹਮਣੇ ਹੀ ਹਨ। ਆਪਾਂ ਉਹਦੀ ਵਿਆਖਿਆ ਵਿੱਚ ਨਹੀਂ ਜਾਣਦੇ ਕਿ ਸਤਿਗੁਰੂ ਜੀ ਨੇ ਸਾਰਿਆਂ ਦੇ ਅੱਗੇ ਸਵਾਲ ਕੀਤੇ ਵੀ ਤੁਸੀਂ ਦੱਸੋ ਤਾਂ ਸਹੀ, ਫਿਰ ਜੇ ਤੁਸੀਂ ਇਹ ਕੰਮ ਕਰਦੇ ਪਏ ਹੋ, ਕਹਿੰਦੇ ਹੋ ਤੁਹਾਨੂੰ ਪਤਾ, ਤੇ ਦੱਸੋ ਤਾਂ ਸਹੀ। ਪਰ ਸਤਿਗੁਰੂ ਜੀ ਨਤੀਜਾ ਕੱਢ ਕੇ ਸਾਡੇ ਸਾਹਮਣੇ ਕੀ ਰੱਖ ਦਿੰਦੇ ਹਨ ਕਿ ਜਾਂ ਕਰਤਾ ਸਿਰ ਠੀਕਾ ਸਾਜੈ, ਆਪੇ ਜਾਣੈ। ਪਤਾ ਕੇਵਲ ਉਹਨੂੰ ਹੀ ਹੈ ਜਿਹਨੇ ਬਣਾਇਆ ਹੈ। ਇਹ ਕੁਦਰਤੀ ਗੱਲ ਹੈ ਨਾ, ਜਿਹਨੇ ਬਣਾਇਆ ਹੈ ਉਹਨੇ ਤਾਂ ਸਾਨੂੰ ਵੀ ਬਣਾਇਆ ਹੈ। ਸਾਨੂੰ ਉਹਦਾ ਕਿਵੇਂ ਪਤਾ ਲੱਗੇਗਾ ਕਿ ਉਹਨੇ ਕਦੋਂ ਕੀ ਕੰਮ ਕੀਤਾ? ਅਸੀਂ ਤਾਂ ਉਹਦੀ ਰਚਨਾ ਹਾਂ। ਤੋ ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਉਹ ਕੇਵਲ ਉਸ ਅਕਾਲ ਪੁਰਖ ਨੂੰ ਹੀ ਪਤਾ ਹੈ ਕਿ ਉਹਨੇ ਇਹ ਸ੍ਰਿਸ਼ਟੀ ਕਦੋਂ ਬਣਾਈ, ਕਿਵੇਂ ਬਣਾਈ। ਇਹ ਉਹੀ ਜਾਣਦਾ ਹੈ, ਇਹ ਸਭ ਕੁਝ ਉਹਨੂੰ ਹੀ ਪਤਾ ਹੈ। ਤੋ ਇਹਨਾਂ ਗੁੰਝਲਾਂ ਦੇ ਵਿੱਚ ਪ੍ਰਭੂ ਦੇ ਰਸਤੇ ਉੱਤੇ ਪੈਣ ਵਾਲੇ ਜਗਿਆਸੂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਪੈਣ ਦੀ ਕੋਈ ਲੋੜ ਨਹੀਂ। ਦੁਨਿਆਵੀ ਗਿਆਨ ਦੇ ਜਿਹੜੇ ਪਾਂਧੀ ਨੇ, ਢੁੰਡਾਊ ਨੇ, ਉਹ ਤਾਂ ਕਰਨ, ਆਪਣੇ ਹਿਸਾਬ ਕਿਤਾਬ ਲਗਾਉਣ, ਖੋਜਾਂ ਕਰਨ, ਜੀ ਸਦਕੇ ਕਰਨ। ਪਰ ਇਹਨਾਂ ਖੋਜਾਂ ਨੂੰ ਉਹੀ ਖੋਜਾਂ ਦੇ ਲੈਵਲ ਉੱਤੇ ਰੱਖਣਾ ਜ਼ਰੂਰੀ ਹੈ। ਕਨਫਿਊਜ਼ਨ ਦਰਅਸਲ ਇਹੀ ਹੁੰਦਾ ਹੈ ਕਿ ਹਰ ਧਰਮ ਇਹਨਾਂ ਚੱਕਰਾਂ ਦੇ ਵਿੱਚ ਪੈ ਗਿਆ। ਅੱਗੇ ਵੀ ਸਤਿਗੁਰੂ ਜੀ ਨੇ ਇਹਦਾ ਜ਼ਿਕਰ ਕੀਤਾ ਹੈ, ਆਪਾਂ ਅੱਗੇ ਡਿਸਕਸ ਕਰਾਂਗੇ ਕਿ ਸਾਰੇ ਇਹ ਅੰਦਾਜ਼ਾ ਲਾਉਣ ਲੱਗ ਗਏ ਕਿ ਇਹ ਜਗਤ ਕਿਸ ਤਰ੍ਹਾਂ ਬਣਿਆ, ਕਿੱਡਾ ਕੁ ਵੱਡਾ ਹੈ, ਅਕਾਲ ਪੁਰਖ ਵਾਹਿਗੁਰੂ ਅੱਲਾ ਰੱਬ ਕਿੱਥੇ ਬੈਠਾ ਹੈ। ਤੋ ਇਹ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਸਾਡਾ ਕੰਮ ਨਹੀਂ ਹੈ। ਸਾਡਾ ਤਾਂ ਮਨ ਹੈ ਅੰਦਰ ਦੀ ਮੈਲ ਧੋਣਾ, ਅੰਦਰ ਉਸ ਨੂੰ ਵਸਾਉਣਾ, ਉਸ ਅਕਾਲ ਪੁਰਖ ਦੇ ਨਾਲ ਜੁੜਨਾ ਤੇ ਉਹ ਅਵਸਥਾਵਾਂ ਪ੍ਰਾਪਤ ਕਰਨੀਆਂ ਜੋ ਸਤਿਗੁਰੂ ਜੀ ਨੇ ਸਾਨੂੰ ਸੁਣਿਆ ਤੇ ਮੰਨਿਆ ਦੀਆਂ ਪੌੜੀਆਂ ਦੇ ਵਿੱਚ ਸਮਝਾਈਆਂ। ਇਹ ਸਾਡਾ ਕੰਮ ਨਹੀਂ ਹੈ ਕਿ ਅਸੀਂ ਇਹ ਖੋਜਾਂ ਦੇ ਵਿੱਚ ਪੈ ਜਾਈਏ। ਸਾਇੰਸਦਾਨ ਕਰਨ ਖੋਜਾਂ, ਜੀ ਸਦਕੇ ਕਰਨ, ਹੋਰ ਸਾਰੇ ਕਰਨ ਖੋਜਾਂ, ਸਾਨੂੰ ਕੋਈ ਦਿੱਕਤ ਨਹੀਂ, ਨਵੀਆਂ ਕਾਢਾਂ ਕਰਨ, ਜੀ ਮੁਬਾਰਕ ਹੈ। ਪਰ ਇਹ ਸਾਡੇ ਧਰਮ ਦੇ ਰਸਤੇ ਦਾ ਕੰਮ ਨਹੀਂ ਹੈ। ਧਰਮ ਦੇ ਰਸਤੇ ਦਾ ਕੰਮ ਕੀ ਹੈ ਕਿ ਉਸ ਅਕਾਲ ਪੁਰਖ ਦੇ ਨਾਲ ਆਪਣੇ, ਕਿਉਂਕਿ ਧਰਮ ਤਾਂ ਮਨ ਦੇ ਪੱਧਰ ਉੱਤੇ ਹੋਣ ਵਾਲੀ ਚੀਜ਼ ਹੈ। ਆਪਣੇ ਮਨ ਨੂੰ ਸੁਧਾਰਨ ਦੀ ਖੇਡ ਹੈ, ਆਪਣੇ ਮਨ ਦੇ ਵਿੱਚੋਂ ਔਗੁਣ ਮਿਟਾਉਣ ਦੀ ਖੇਡ ਹੈ, ਮਨ ਦੇ ਵਿੱਚ ਗੁਣ ਭਰਨ ਦੀ ਹੈ, ਉਸ ਅਕਾਲ ਪੁਰਖ ਦੇ ਨਾਲ ਜੁੜਨ ਦੀ ਲੋੜ ਹੈ। ਉਹ ਖੇਡ ਹੈ। ਇਹ ਚੀਜ਼ਾਂ ਦਾ ਸਾਡੇ ਨਾਲ ਕੋਈ ਮਤਲਬ ਨਹੀਂ ਹੈ ਕਿ ਧਰਤੀ ਕਦੋਂ। ਜਾਂ ਕਰਤਾ ਸਿਰ ਠੀਕਾ ਸਾਜੇ, ਆਪੇ ਜਾਣੈ ਸੂਈ। ਤਾਂ ਫਿਰ ਉਸ ਜਿਹੜਾ ਅਕਾਲ ਪੁਰਖ ਹੈ, ਉਹਦਾ ਜਿਹਨੇ ਕੀਤਾ ਹੈ ਸਾਰਾ ਕੁਝ, ਵੱਡਾ ਸਾਹਿਬ ਵੱਡੀ ਨਾਈ,
ਕੀਤਾ ਜਾਕਾ ਹੋਵੇ, ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋ। ਤਾਂ ਉਹਦੀ ਅਸੀਂ ਉਸਤਤ ਕਿਵੇਂ ਕਰੀਏ ਜਦ ਸਾਨੂੰ ਪਤਾ ਹੀ ਕੁਝ ਨਹੀਂ, ਨਾ ਸਾਡੇ ਕੋਲ ਕੋਈ ਵਰਣਨ ਦਾ ਢੰਗ ਹੈ, ਨਾ ਸਮਝਣ ਦਾ, ਨਾ ਉਹਦੀ ਉਸਤਤ ਕਰਨ ਦਾ। ਕਹਿਣ ਨੂੰ ਸਾਰੇ ਕਹੀ ਜਾਂਦੇ ਨੇ, ਪਰ ਸਤਿਗੁਰੂ ਜੀ ਕਹਿੰਦੇ ਜੇ ਕੋਈ ਇਹ ਸਮਝੇ ਕਿ ਮੈਂ ਆਪਣੀ ਮੱਤ ਦੇ ਨਾਲ, ਆਪਣੀ ਹਿੰਮਤ ਦੇ ਨਾਲ ਉਹਦਾ ਅੰਤ ਪਾ ਲਵਾਂਗਾ, ਤਾਂ ਸਤਿਗੁਰੂ ਜੀ ਕਹਿੰਦੇ ਹਨ ਅੱਗੇ ਗਿਆ ਨਾ ਸੋ ਹੈ। ਭਾਵ ਉਹ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਜਦੋਂ ਜਾਏਗਾ, ਉਹਨੂੰ ਪੁੱਛਿਆ ਜਾਂਦਾ ਹੈ ਅਗਨੀ ਅੱਗੇ ਕਰਨੀ ਕੀਰਤ ਵਾਚੀਐ ਬੈ ਲੇਖਾ ਕਰ ਸਮਝਾਇਆ, ਤਾਂ ਫਿਰ ਉੱਥੇ ਉਹ ਸੋਹੇਗਾ ਨਹੀਂ, ਉਹਨੂੰ ਕੋਈ ਸ਼ੋਭਾ ਨਹੀਂ ਮਿਲੇਗੀ। ਕਿਉਂ? ਕਿਉਂਕਿ ਉਸ ਵੇਲੇ ਤਾਂ ਉਹਨੂੰ ਪਤਾ ਨਹੀਂ ਉਹਦੇ ਨਾਲ ਕੀ ਸਲੂਕ ਹੋਣਾ, ਕਿਉਂਕਿ ਉਹਨੂੰ ਸਮਝ ਆ ਜਾਏਗੀ ਕਿ ਮੈਂ ਜਿਹੜੇ ਕੰਮਾਂ ਦੇ ਵਿੱਚ ਲੱਗਾ ਰਿਹਾ, ਇਹ ਤਾਂ ਮੇਰਾ ਜੀਵਨ ਦਾ ਮਨੋਰਥ ਹੀ ਨਹੀਂ ਸੀ। ਤੇ ਫਿਰ ਉਹ ਨਾਨਕ ਹੁਕਮੀ ਆਵੋ ਜਾਓ ਦੇ ਰਸਤੇ ਉੱਤੇ ਪੈ ਜਾਏ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਆਪਣੀ ਮੱਤ ਨੂੰ ਵਰਤ ਕੇ ਇਹੋ ਜਿਹੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਕਰਨਾ ਕੀ ਹੈ? ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਕਾ ਹੋ। ਤੋ ਉਸ ਅਕਾਲ ਪੁਰਖ ਦੇ ਨਾਲ ਹੀ ਜੁੜਨਾ ਹੈ। ਜਿਵੇਂ ਪਿਛਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਸਮਝਾਇਆ ਸੀ ਕਿ ਉਹ ਵੱਡੇ ਸਾਹਿਬ ਦੇ ਨਾਲ, ਵੱਡੀ ਵਡਿਆਈ ਵਾਲੇ ਸਾਹਿਬ ਦੇ ਨਾਲ, ਜਿਸ ਨੇ ਇਹ ਸਾਰਾ ਕੁਝ ਬਣਾਇਆ ਹੈ, ਸਾਰੀ ਰਚਨਾ ਬਣਾਈ ਹੈ, ਉਹਦੇ ਨਾਲ ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾ ਹੋ। ਉਹਦੇ ਨਾਲ ਜੁੜਨਾ ਹੀ ਸਾਡਾ ਜੋ ਹੈ ਉਹ ਕਰਤੱਵ ਹੋਣਾ ਚਾਹੀਦਾ ਹੈ। ਉਹੀ ਉਧਰ ਹੀ ਸਾਡਾ ਧਿਆਨ ਹੋਣਾ ਚਾਹੀਦਾ ਹੈ ਤੇ ਉਹੀ ਕੰਮ ਵੱਲ ਸਾਨੂੰ ਲੱਗਣਾ ਚਾਹੀਦਾ। ਹੁਣ ਅਗਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਫੇਰ ਇਸੇ ਵਿਸ਼ੇ ਨੂੰ ਅੱਗੇ ਹੋਰ ਲੈ ਕੇ ਜਾਂਦੇ ਹਨ, ਸਮਝਾਉਂਦੇ ਹਨ। ਇੱਥੇ ਸਤਿਗੁਰੂ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ ਕਿ ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼। ਹੋਇਆ ਕੀ ਹੈ ਕਿ ਓੜਕ ਓੜ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਸੌਰੀ, ਆਪਾਂ ਇੱਕ ਵਾਰ ਇਸ ਪੌੜੀ ਦਾ ਪਾਠ ਕਰ ਲਈਏ ਜੀ, ਮੈਂ ਭੁੱਲ ਗਿਆ, ਮਾਫ ਕਰਨਾ। ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇੱਕ ਬਾਤ, ਸਹਸ 18 ਕਹਿਨ ਕਤੇਬਾਂ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾਡੇ ਦੇਸ਼ ਦੇ ਜੋ ਧਰਮ ਨੇ, ਉਹਨਾਂ ਨੇ ਪਤਾਲਾਂ ਦੀ, ਆਕਾਸ਼ਾਂ ਦੀ, ਸਾਨੂੰ ਬਾਰ-ਬਾਰ ਗੁਰਬਾਣੀ ਦੇ ਵਿੱਚ ਰੈਫਰੈਂਸਿਸ ਆਉਂਦੀਆਂ, ਕਿੰਨੇ ਭਵਨ ਨੇ, ਕਿੰਨੇ ਲੋਕ ਨੇ, ਇਹ ਸਾਰੀਆਂ ਗੱਲਾਂ ਆਪਾਂ ਕਰਦੇ ਰਹਿੰਦੇ ਹਾਂ ਵਿਆਖਿਆ 'ਚ। ਤੋ ਇਹਨਾਂ ਗਿਣਤੀਆਂ ਦੇ ਵਿੱਚ ਪੈ ਗਏ, ਪਰ ਅੰਤ ਦੇ ਵਿੱਚ ਉਹਨਾਂ ਨੂੰ ਵੀ ਥੱਕ ਕੇ ਕਹਿਣਾ ਪਿਆ ਕਿ ਨਹੀਂ, ਇਹਦੀ ਗਿਣਤੀ ਜਿਹੜੀ ਹੈ ਉਹ ਸਾਡੇ ਕੋਲੋਂ ਨਹੀਂ ਹੋ ਸਕਦੀ, ਕਿਉਂਕਿ ਇਹ ਤਾਂ ਅਣਗਿਣਤ। ਜਿਹੜੇ ਸਾਮੀ ਮਤ ਹਨ, ਜੋ ਜਿਊਜ਼ ਹਨ ਜਾਂ ਕ੍ਰਿਸਚੀਅਨਸ ਹਨ, ਇਸਲਾਮ ਵਾਲੇ ਹਨ, ਇਹਨਾਂ ਸਾਰਿਆਂ ਨੇ 18,000 ਜਿਹੜੇ ਨੇ ਉਹ ਲੋਕ ਮੰਨੇ ਹਨ। ਤਾਂ ਉਹਨਾਂ ਨੇ 18,000 ਮੰਨ ਲਏ, ਆਲਮ ਮੰਨੇ, ਲੇਕਿਨ ਇੰਨਾ ਕੁਝ ਕਰਕੇ, ਗਿਣਤੀਆਂ ਗਿਣ ਕੇ, ਇਹ ਸਾਰਾ ਕੁਝ ਕਰਕੇ ਵੀ ਉਹਨਾਂ ਨੂੰ ਅਖੀਰ ਤੇ ਕਹਿਣਾ ਕੀ ਪਿਆ, ਜੋ ਉਹਨਾਂ ਨੇ ਕਿਹਾ ਕਿ ਅਸਲੂ ਇੱਕ ਧਾਤ, ਇਹਨਾਂ ਸਾਰਿਆਂ ਦਾ ਜੋ ਸੋਰਸ ਹੈ, ਮੁੱਢ ਹੈ, ਉਹ ਕੇਵਲ ਇੱਕ ਅਕਾਲ ਪੁਰਖ ਹੀ। ਤਾਂ ਇਹਨਾਂ ਗਿਣਤੀਆਂ ਮਿੰਤੀਆਂ ਦਾ ਅਰਥ ਕੀ ਹੋਇਆ? ਦਰਅਸਲ ਇੱਥੇ ਸਤਿਗੁਰੂ ਜੀ ਨੇ ਇੱਕ ਪ੍ਰਿੰਸੀਪਲ ਸਾਨੂੰ ਅੱਗੇ ਦੇ ਦਿੱਤਾ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼। ਉਹਨੇ ਜਿਹੜਾ ਗਿਣਤੀਆਂ ਮਿੰਤੀਆਂ ਦਾ ਹਿਸਾਬ ਅਸੀਂ ਬਣਾਇਆ, ਇਹ ਜਗਤ ਦੇ ਕੰਮਾਂ ਲਈ ਤਾਂ ਬਣਾਇਆ। ਸ਼ਾਇਦ ਅਸੀਂ ਜਗਤ ਦੀ ਹਰ ਚੀਜ਼ ਨੂੰ ਗਿਣ ਵੀ ਲਈਏ, ਹਾਲਾਂਕਿ ਉਹ ਵੀ ਨਹੀਂ ਸਾਡੇ ਕੋਲੋਂ ਗਿਣੀ ਜਾਂਦੀ। ਤੇ ਇਹ ਗਿਣਤੀਆਂ ਮਿੰਤੀਆਂ ਜਿਹੜੀਆਂ ਬਣੀਆਂ ਹੀ ਜਗਤ ਦੇ ਕੰਮਾਂ ਵਾਸਤੇ ਆ, ਉਹਨਾਂ ਦੇ ਨਾਲ ਉਹ ਅਕਾਲ ਪੁਰਖ ਤੇ ਉਹਦੇ ਕੀਤੇ ਕੰਮਾਂ ਦਾ ਅਸੀਂ ਲੇਖਾ ਕਿਵੇਂ ਕਰ ਸਕਦੇ? ਕਿ ਲੇਖਾ ਹੋ ਹੀ ਨਹੀਂ ਸਕਦਾ। ਜੇ ਲੇਖਾ ਹੋਏਗਾ ਤੇ ਤਾਂ ਅਸੀਂ ਲਿਖੀਏ ਕਿ ਕਿੰਨੇ ਕੁ ਪਤਾਲ ਨੇ, ਕਿੰਨੇ ਕੁ ਆਕਾਸ਼ ਨੇ, ਕਿੰਨੇ ਕੁ ਆਲਮ ਨੇ।
ਤਾਂ ਲਿਖੀ ਹੈ ਨਾ, ਪਰ ਇਹ ਤਾਂ ਹੋ ਹੀ ਨਹੀਂ ਸਕਦਾ। ਲੇਖੈ ਹੋਏ ਵਿਨਾਸ਼। ਤਾਂ ਹੁਣ ਇਹ ਕੀ ਹੋ ਗਿਆ ਕਿ ਉਹ ਅਸੀਂ ਗਿਣਤੀ ਹੀ ਨਹੀਂ ਗਣ ਸਕਦੇ, ਉਸ ਅਕਾਲ ਪੁਰਖ ਦਾ ਹਿਸਾਬ ਹੀ ਨਹੀਂ ਕਰ ਸਕਦੇ। ਤਾਂ ਫਿਰ ਜਿਹੜਾ ਅਕਾਲ ਪੁਰਖ ਨਾਲ ਪ੍ਰੇਮ ਕਰਨ ਵਾਲਾ ਬੰਦਾ ਹੈ, ਉਹਦੇ ਨਾਲ ਜੁੜਨ ਦੀ ਯਤਨ ਕਰਨ ਵਾਲਾ ਬੰਦਾ ਹੈ, ਜਗਿਆਸੂ ਹੈ, ਉਹਨੂੰ ਫਿਰ ਕੀ ਕਰਨਾ ਬਣਦਾ ਜਦ ਇਹ ਬੇਕਾਰ ਹੈ, ਹੋ ਹੀ ਨਹੀਂ ਸਕਦਾ ਲੇਖਾ। ਇਹ ਨਿਸਫਲ ਹੈ, ਨਿਸਫਲ ਹੈ, ਇਹਦੇ ਨਾਲ ਕੁਝ ਵੀ ਨਤੀਜਾ ਨਹੀਂ ਨਿਕਲਣਾ, ਕਿਉਂਕਿ ਜਿਨ੍ਹਾਂ ਨੇ ਕੀਤਾ ਉਹ ਵੀ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੇ। ਤਾਂ ਫਿਰ ਕਰਨ ਵਾਲਾ ਕੰਮ ਕੀ ਹੈ? ਨਾਨਕ ਵੱਡਾ ਆਖੀਐ ਆਪੇ ਜਾਣੈ, ਕਿ ਉਹ ਵੱਡਾ ਹੈ, ਉਹ ਬਹੁਤ ਵੱਡਾ ਹੈ, ਉਹ ਮੇਰੀ ਸਮਝ ਤੋਂ ਬਹੁਤ ਵੱਡਾ ਹੈ, ਮੈਂ ਉਹਦਾ ਹਿਸਾਬ ਨਹੀਂ ਲਗਾ ਸਕਦਾ। ਔਰ ਉਹ ਕਿੰਨਾ ਕੁ ਵੱਡਾ ਹੈ, ਉਹਨੇ ਕੀ ਕੰਮ ਕੀਤੇ ਹਨ, ਉਹਦੇ ਵਿੱਚ ਕਿੰਨੇ ਕੁ ਗੁਣ ਹਨ, ਉਹਦੀਆਂ ਕਿੰਨੀਆਂ ਕੁ ਦਾਤਾਂ ਹਨ, ਉਹਨੇ ਕਿੰਨੇ ਕੁ ਆਲਮ ਬਣਾਏ ਹਨ, ਕਿੰਨੇ ਪਾਤਾਲ ਬਣਾਏ ਹਨ, ਕਿੰਨੇ ਆਕਾਸ਼ ਬਣਾਏ ਹਨ, ਆਪੇ ਜਾਣੈ। ਆਪ ਉਹਦਾ ਹਿਸਾਬ ਅਸੀਂ ਨਹੀਂ ਲਗਾ ਸਕਦੇ। ਉਹ ਕਿੰਨਾ ਕੁ ਵੱਡਾ ਹੈ, ਉਹਦੇ ਕੰਮ ਕਿੰਨੇ ਕੁ ਵੱਡੇ ਹਨ, ਉਹ ਅਕਾਲ ਪੁਰਖ ਆਪ ਹੀ ਜਾਣਦਾ। ਤਾਂ ਇੱਥੇ ਵੀ ਸਤਿਗੁਰੂ ਜੀ ਨੇ ਫੇਰ ਸਾਨੂੰ ਉਸੇ ਜਿਹੜੀ ਉਲਝਣ ਹੈ, ਇਹ ਗੁੰਝਲ ਹੈ, ਜਾਂ ਰਸਤੇ 'ਚ ਜਿਹੜਾ ਅਸੀਂ ਔਜੜੇ ਪੈ ਜਾਂਦੇ ਹਾਂ, ਕਿ ਅਸੀਂ ਇਸੇ ਹਿਸਾਬ ਕਿਤਾਬ ਦੇ ਵਿੱਚ ਉਸੇ ਤਰ੍ਹਾਂ ਹੀ ਲਗਾਨ ਲੱਗ ਜਾਂਦੇ ਹਾਂ, ਜਿਵੇਂ ਅਸੀਂ ਆਪਣੇ ਦੁਨਿਆਵੀ ਹਿਸਾਬ ਕਿਤਾਬ ਕਰਦੇ ਹਾਂ, ਕਿ ਸ਼ਾਇਦ ਅਸੀਂ ਧਰਮ ਦੇ ਰਸਤੇ ਤੇ ਤੁਰੇ ਹਾਂ, ਸਾਡੀ ਮੱਤ ਸਾਫ਼ ਹੋਈ ਹੈ, ਸਾਨੂੰ ਕੁਝ ਗੱਲ ਸਮਝ ਆਣੀ ਸ਼ੁਰੂ ਹੋਈ ਹੈ, ਤੇ ਹੁਣ ਅਸੀਂ ਸ਼ਾਇਦ ਅਕਾਲ ਪੁਰਖ ਦਾ ਵੀ ਹਿਸਾਬ ਲਗਾ ਲਈਏ। ਨਹੀਂ। ਤਾਂ ਸਤਿਗੁਰੂ ਜੀ ਹੁਣ ਅਗਲੀ ਪੌੜੀ ਦੇ ਵਿੱਚ ਫੇਰ ਸਾਨੂੰ ਅੱਗੇ ਲੈ ਕੇ ਚੱਲਦੇ ਹਨ। ਸਤਿਗੁਰੂ ਜੀ ਕਹਿੰਦੇ ਹਨ, ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨਾ ਵਿਸਰੈ। ਜੇ ਤਿਸ ਮਨੋ ਨਾ ਵਿਸਰੈ, ਇਹ ਸਮਝਾਇਆ ਸਤਿਗੁਰੂ ਜੀ ਨੇ। ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਤਾਂ ਉਹਦੀ ਸਿਫਤ ਸਲਾਹ ਦੇ ਵਿੱਚ ਲੱਗੇ ਹੋਏ ਹਨ, ਉਹ ਤਾਂ ਸਿਫਤ ਸਲਾਹ ਕਰਦੇ ਕਰਦੇ ਉਸੇ ਦੇ ਵਿੱਚ ਹੀ ਮਿਲ ਜਾਂਦੇ ਹਨ, ਉਹਦਾ ਹੀ ਰੂਪ ਹੋ ਜਾਂਦੇ ਹਨ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਨਦੀਆਂ ਸਮੁੰਦਰ ਵਿੱਚ ਪੈ ਜਾਂਦੀਆਂ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਇਹ ਨਦੀ ਹੈ ਕਿ ਸਮੁੰਦਰ ਹੈ, ਉਹ ਤਾਂ ਇੱਕ ਰੂਪ ਹੋ ਗਏ। ਇੱਕ ਪਾਸੇ ਉਹ ਲੋਕ ਹਨ ਜਿਹੜੇ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਵਿੱਚ ਲੱਗੇ ਹੋਏ ਹਨ, ਉਹਦੇ ਨਦੀਆਂ ਦੇ ਵਾਂਗ ਉਹਦੇ ਵਿੱਚ ਸਮਾ ਰਹੇ ਹਨ, ਤੇ ਦੂਜੇ ਪਾਸੇ ਉਹ ਹਨ ਕਿ ਜਿਹੜੇ ਇਸ ਜਗਤ ਦੀਆਂ ਦੌਲਤਾਂ ਨੂੰ, ਜਾਇਦਾਦਾਂ ਨੂੰ, ਪਹਾੜਾਂ ਜਿੱਡੀਆਂ ਜਾਇਦਾਦਾਂ ਨੂੰ, ਮਾਲ ਧਨ ਨੂੰ ਇਕੱਠਾ ਕਰਨ ਲੱਗੇ ਹੋਏ ਹਨ, ਤਾਕਤ ਨੂੰ, ਹਕੂਮਤ ਨੂੰ ਇਕੱਠਾ ਕਰਨ ਲੱਗੇ ਹੋਏ ਹਨ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਉਹਨਾਂ ਦੀ ਹਸਤੀ ਤਾਂ ਉਸ ਕੀੜੀ ਜਿੰਨੀ ਵੀ ਨਹੀਂ ਜਿਹੜੀ ਉਹਦੇ ਨਾਲ ਜੁੜੀ ਹੋਈ। ਕੀੜੀ ਤੁਲ ਨਾ ਹੋਣੀ ਜੇ ਤਿਸ ਮਨੋ ਨਾ ਵਿਸਰੈ। ਉਹ ਤਾਂ ਅਜਿਹੀ ਕੀੜੀ ਦੇ ਤੁਲ ਵੀ ਨਹੀਂ ਹਨ। ਕਿਹੜੀ? ਜਿਹੜੀ ਉਸ ਅਕਾਲ ਪੁਰਖ ਦੇ ਨਾਲ। ਤਾਂ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜਿਹੜਾ ਪਹਿਲਾ ਰਸਤਾ ਦੱਸਿਆ ਹੈ ਨਾ, ਉਹਦੇ ਉੱਤੇ ਤੁਰ, ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਐ, ਨਦੀਆਂ ਤੈ ਵਾਹ ਪਵੈ ਸਮੁੰਦ ਨਾ ਜਾਣੀਐ। ਤੇ ਰਸਤਾ ਕੀ ਹੈ? ਜੇ ਤਿਸ ਮਨੋ ਨਾ ਵਿਸਰੈ, ਉਹਨੂੰ ਮਨੋ ਨਾ ਵਿਸਾਰ। ਇਹ ਜਗਿਆਸੂ, ਜੇ ਅਕਾਲ ਪੁਰਖ ਦੇ ਨਾਲ ਜੁੜਨਾ ਹੈ ਤੇ ਇਹੀ ਕੰਮ ਕਰ, ਨਾ ਗਿਣਤੀਆਂ ਮਿਣਤੀਆਂ ਦੇ ਵਿੱਚ ਪੈ, ਨਾ ਜਗਤ ਦੇ ਪਦਾਰਥਾਂ ਨੂੰ ਇਕੱਠੇ ਕਰਨ ਨੂੰ ਆਪਣਾ ਜੀਵਨ ਦਾ ਮਨੋਰਥ ਬਣਾ ਲੈ। ਹਾਂ, ਕਿਰਤ ਕਰ, ਸਾਰਾ ਕੁਝ ਕਰ, ਲੋੜ ਮੁਤਾਬਕ ਮਾਲ ਧਨ ਵੀ ਇਕੱਠਾ ਕਰ, ਜਗਤ ਵਿੱਚ ਵੰਡ ਵੀ, ਪਰਉਪਕਾਰ ਵੀ ਕਰ, ਲੋਕਾਂ ਦੀ ਮਦਦ ਵੀ ਕਰ, ਸਭ ਕੁਝ ਕਰ, ਪਰ ਇਹ ਤੇਰੀ ਜ਼ਿੰਦਗੀ ਦਾ ਮਕਸਦ ਨਹੀਂ ਹੋਣਾ ਚਾਹੀਦਾ ਕਿ ਤੂੰ ਕਿੰਨੀ ਕੁ ਦੌਲਤ, ਕਿੰਨਾ ਕੁ ਸਮਾਨ ਇਕੱਠਾ ਕਰਨਾ ਹੈ। ਮਕਸਦ ਇਹ ਹੋਣਾ ਚਾਹੀਦਾ ਹੈ ਕਿ ਮਨੋ ਨਾ ਵਿਸਰੈ। ਜਗਿਆਸੂ ਦਾ ਰਸਤਾ ਇਹੀ ਹੈ, ਜਿਹੜਾ ਆਪਣੇ ਮਨ ਨੂੰ ਸਾਧ ਕੇ, ਮਨ ਨੂੰ ਪਵਿੱਤਰ ਕਰਕੇ ਉਸ ਅਕਾਲ ਪੁਰਖ ਦੇ ਨਾਲ ਜੁੜਨਾ ਚਾਹੁੰਦਾ ਹੈ। ਤੋ 24ਵੀਂ ਪੌੜੀ ਅੱਗੇ, ਉਹਦੇ ਵਿੱਚ ਸਤਿਗੁਰੂ ਜੀ ਸਾਨੂੰ ਅੱਗੇ ਉਪਦੇਸ਼ ਕਰਦੇ ਹਨ। ਆਓ ਇਹਦਾ ਇੱਕ ਵਾਰ ਪਾਠ ਕਰ ਲਈਏ ਜੀ। ਅੰਤ ਨ ਸਿਫਤੀ ਕਹਿਨ ਨ ਅੰਤ, ਅੰਤ ਨ ਕਰਣੈ ਦੇਨ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ,
अंत कारण केते बिल लाए, ताके अंत ना पाए जाए। ये अंत ना जाने कोई, बहुता कहिए बहुता होए। वड्डा साहिब ऊंचा नाओ, ऊंचा वड्डा साहिब ऊंचा थाओ, ऊंचे ऊपर ऊंचा नाओ। एवड ऊंचा होवे कोई, तिस ऊंचे को जाने सोए। जेवड आप जाने आप आप, नानक नदरी करमींदा। ये जो अंतलियां पंक्तियां ਆਪਾਂ ਪੜ੍ਹੀਆਂ ਹਨ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾ। ਇਹ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਉਹ ਕਿੰਨਾ ਕੁ ਵੱਡਾ ਹੈ। ਜਾਣੈ ਆਪ ਆਪ, ਉਹੀ ਜਾਣਦਾ ਹੈ ਕਿ ਉਹ ਕਿੰਨਾ ਕੁ ਵੱਡਾ ਹੈ। ਸੋ ਅਸੀਂ ਉਹਦੇ ਵੱਡੇਪਨ ਨੂੰ ਸਮਝਣ ਦਾ ਯਤਨ ਕਰਨਾ, ਉਹਨੂੰ ਮਿਣਨਾ, ਤੋਲਣਾ, ਗਿਣਨਾ, ਇਹ ਸਾਰਾ ਕੁਝ ਜੋ ਹੈ ਇਹਨੂੰ ਕਿਤੇ ਧਾਰਮਿਕ ਕਰਮ ਨਾ ਮੰਨਦੇ, ਇਹਨੂੰ ਆਤਮਿਕ ਕਰਮ ਨਾ ਮੰਨਦੇ, ਕਿਉਂਕਿ ਇਹ ਸਾਰੇ ਕੰਮ ਜੋ ਹਨ ਇਹ ਮਨ ਦੀ ਅਵਸਥਾ ਦੇ ਨਾਲ ਸੰਬੰਧਿਤ ਨਹੀਂ ਹਨ। ਉਹਦੀਆਂ ਸਿਫਤਾਂ ਦੀ ਗਿਣਤੀ ਕਰਨਾ, ਵਿਆਖਿਆ ਕਰਨੀ, ਕਹਿਣਾ, ਉਹਦੇ ਕੀਤੇ ਦੇ ਕਰਨੇ ਦੇ ਅੰਤ ਨੂੰ ਪਾਉਣਾ, ਗਿਣਤੀ ਕਰਨੀ, ਉਹਦੀਆਂ ਦਾਤਾਂ ਦਾ ਹਿਸਾਬ ਲਾਉਣਾ, ਵੇਖਣ ਤੇ ਸੁਣਨ ਨਾਲ ਉਹਦੇ ਮਨ ਦੇ ਵਿੱਚ ਕੀ ਹੈ, ਉਹਨੇ ਕੀ ਆਕਾਰ ਬਣਾਏ ਹਨ, ਉਹਦਾ ਕੀ ਅੰਤ ਹੈ, ਪਾਰਾਵਾਰ ਕੀ ਹੈ, ਇਹ ਸਾਰਾ ਕੁਝ ਜੋ ਹੈ ਇਹ ਇੱਕ ਜਗਿਆਸੂ ਦੇ ਕਰਨ ਯੋਗ ਕੰਮ ਨਹੀਂ, ਕਿਉਂਕਿ ਇਹ ਅੰਤ ਪਾਇਆ ਨਹੀਂ ਜਾ ਸਕਦਾ। ਅੰਤ ਕਾਰਨ ਕੇਤੇ ਬਿਲ ਲਾਏ, ਅਨੇਕਾਂ ਹੀ ਵਿਲਕ ਰਹੇ ਹਨ, ਬਿਲਲਾ ਰਹੇ ਹਨ ਉਹਦਾ ਅੰਤ ਪਾਉਣ, ਪਰ ਤਾਂ ਕਿ ਅੰਤ ਨਾ ਪਾਏ, ਇਹ ਤਾਂ ਪਾਇਆ ਨਹੀਂ ਜਾ ਸਕਦਾ। ਇਹ ਅੰਤ ਨਾ ਜਾਣਾ ਕੋਏ, ਤੇ ਕੋਈ ਜਾਣੇਗਾ ਵੀ ਕਿਵੇਂ, ਉਹਦਾ ਹਿਸਾਬ ਕਿਤਾਬ ਕੋਈ ਲਗਾਏਗਾ ਵੀ ਕਿਵੇਂ। ਬਹੁਤਾ ਕਹੀਏ ਬਹੁਤਾ ਹੋਏ। ਸਾਨੂੰ ਇੱਕ ਗੱਲ ਦੀ ਸਮਝ ਲੱਗਦੀ ਹੈ ਤੇ ਉਹਦੇ ਅੱਗੋਂ ਹੋਰ 10 20 100 ਹੋਰ ਸਾਨੂੰ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਜਿਉਂ ਬੰਦੇ ਦੀ ਸਮਝ ਵੱਧਦੀ ਹੈ। ਕੋਈ ਵਕਤ ਸੀ ਮਨੁੱਖ ਨੂੰ ਲੱਗਦਾ ਸੀ ਕਿ ਸਾਡੀ ਸ੍ਰਿਸ਼ਟੀ ਦਾ ਬਸ ਇਹ ਸੂਰਜ, ਚੰਦ ਤੇ ਧਰਤੀ ਤੇ ਜਿਹੜੇ 5-7 ਗ੍ਰਹਿ ਸਾਨੂੰ ਦਿਸਦੇ ਪਏ ਨੇ, ਇੱਥੇ ਤੱਕ ਹੀ ਹੈ, ਇਸ ਤੋਂ ਅੱਗੇ ਤਾਂ ਸ੍ਰਿਸ਼ਟੀ ਹੈ ਹੀ ਨਹੀਂ। ਤੇ ਜਦੋਂ ਇਹਦੀ ਸਮਝ ਲੱਗੀ ਤਾਂ ਫੇਰ ਸਮਝਿਆ ਵੀ ਜਿਨ੍ਹਾਂ ਵੱਲ ਮੈਂ ਧਿਆਨ ਹੀ ਨਹੀਂ ਸੀ ਕਦੀ ਦਿੱਤਾ ਵੀ ਇਹ ਵੀ ਕੁਝ ਹੋ ਸਕਦਾ, ਉਹ ਤਾਂ ਹਰ ਤਾਰਾ ਵੀ ਇੱਕ ਇਹੋ ਜਿਹਾ ਸੌਰ ਮੰਡਲ ਹੀ ਹੋ ਸਕਦਾ। ਉਹ ਹਰ ਇੱਕ ਤਾਰਾ ਇੱਕ ਸੂਰਜ ਆ, ਉਹਦੇ ਆਲੇ ਦੁਆਲੇ ਵੀ ਗ੍ਰਹਿ ਤੇ ਚੰਦਰਮਾ ਕਈ ਕੁਝ ਹੋ ਸਕਦੇ ਹਨ। ਤਾਂ ਫਿਰ ਉਹਨਾਂ ਦੀ ਗਿਣਤੀ ਕਰਨ ਲੱਗਿਆ ਤਾਂ ਫਿਰ ਉਹਦਾ ਅੰਤ ਨਹੀਂ ਲੱਭਿਆ। ਫਿਰ ਗਲੈਕਸੀਆਂ ਦੀ ਸਮਝ ਲੱਗੀ ਤੇ ਸ੍ਰਿਸ਼ਟੀ ਦਾ ਅੰਤ ਕਿੱਥੋਂ ਲੱਭੇਗਾ। ਤਾਂ ਜਿਉਂ-ਜਿਉਂ ਅਸੀਂ ਅੱਗੇ ਵੱਧਦੇ ਹਾਂ, ਕਿਸੇ ਚੀਜ਼ ਦਾ ਅਸੀਂ ਅੰਤ ਪਾ ਲੈਂਦੇ ਹਾਂ, ਸਾਡੀ ਦ੍ਰਿਸ਼ਟੀ ਥੋੜੀ ਜਿਹੀ ਵਿਸ਼ਾਲ ਹੁੰਦੀ ਹੈ, ਤਾਂ ਫਿਰ ਹੁੰਦਾ ਕੀ ਹੈ, ਬਹੁਤਾ ਕਹੀ ਹੈ ਬਹੁਤਾ ਹੋਏ, ਉਹ ਹੁਣ ਹੋਰ ਬਹੁਤਾ ਦਿਸਣਾ ਸ਼ੁਰੂ ਹੋ ਜਾਂਦਾ। ਜੇ ਅਸੀਂ ਸਮਝਦੇ ਹਾਂ ਵੀ ਅਸੀਂ ਉਹਦਾ ਅੰਤ ਪਾ ਲੈਣਾ ਹੈ, ਤਾਂ ਇਹ ਦਰਅਸਲ ਅਸੀਂ ਇਸ ਆਧਾਰ ਤੇ ਕਹਿ ਰਹੇ ਹੁੰਦੇ ਹਾਂ ਕਿ ਕਿਉਂਕਿ ਸਾਨੂੰ ਦਿਸ ਹੀ ਇੰਨਾ ਕੁ ਰਿਹਾ ਹੁੰਦਾ ਤੇ ਮੈਂ ਕਹਿੰਦਾ ਕਿ ਮੈਂ ਇੰਨਾ ਕੁ ਤਾਂ ਮੈਂ ਅੰਤ ਪਾ ਲਾਂਗਾ, ਇਹਦੀ ਗਿਣਤੀ ਤਾਂ ਮੈਂ ਕਰ ਲਵਾਂਗਾ। ਪਰ ਜਦੋਂ ਉੱਥੇ ਤੱਕ ਪਹੁੰਚਦਾ ਤਾਂ ਪਤਾ ਲੱਗਦਾ ਹੈ ਕਿ ਵੀ ਇਹ ਤਾਂ ਅੱਗੇ ਹੋਰ ਪਤਾ ਨਹੀਂ ਕਿੰਨਾ ਹੈ। ਆਪਣੇ ਆਲੇ ਦੁਆਲੇ ਨੂੰ ਦੇਖੀਏ ਤੇ ਛੋਟੇ ਬੱਚੇ ਵਾਸਤੇ, ਇੱਕ ਅਨਪੜ੍ਹ ਬੰਦੇ ਵਾਸਤੇ ਜਿਹੜਾ ਕਦੀ ਪਿੰਡ ਤੋਂ ਬਾਹਰ ਨਾ ਗਿਆ, ਉਹਦੀ ਤਾਂ ਸਾਰੀ ਦੁਨੀਆ ਪਿੰਡ ਹੀ ਹੈ। ਪਿੰਡ ਤੋਂ ਬਾਹਰ ਨਿਕਲਦਾ ਤੇ ਉਹਨੂੰ ਲੱਗਦਾ ਹੈ ਕਿ ਸ਼ਹਿਰ ਹੀ ਹੈ, ਸ਼ਹਿਰ ਤੋਂ ਬਾਹਰ ਨਿਕਲਦਾ ਤੇ ਦੇਸ਼ ਹੈ। ਗੱਲ ਕਿ ਜਿੱਥੇ ਜਾਈ ਜਾਏਗਾ ਉਹਦਾ ਦ੍ਰਿਸ਼ਟੀ ਹੋਰ ਵਿਸ਼ਾਲ ਹੁੰਦੀ ਜਾਏਗੀ ਤੇ ਉਹਨੂੰ ਹੋਰ ਬਹੁਤਾ ਕਹੀ ਹੈ ਬਹੁਤਾ ਹੋਏ। ਤਾਂ ਫਿਰ ਸਤਿਗੁਰੂ ਜੀ ਕਹਿੰਦੇ ਹਨ ਕਿ ਇੱਕ ਜਗਿਆਸੂ ਦਾ ਕੀ ਕਰਨ ਵਾਲਾ ਕੰਮ, ਉਹਨੂੰ ਕੀ ਕਰਨਾ ਚਾਹੀਦਾ। ਤਾਂ ਉਹ ਕੀ ਕਰੇ ਕਿ ਉਹ ਆਪਣੇ ਰਸਤੇ ਦੇ ਉੱਤੇ ਚੱਲ। ਤਾਂ ਸਤਿਗੁਰੂ ਜੀ ਨੇ ਅਗਲੀਆਂ ਪੰਕਤੀਆਂ ਦੇ ਵਿੱਚ ਉਹੀ ਦੱਸਿਆ ਕਿ ਉਹ ਅਕਾਲ ਪੁਰਖ ਬਹੁਤ ਵੱਡਾ ਹੈ, ਉਹਦਾ ਸਥਾਨ ਬਹੁਤ ਉੱਚਾ ਹੈ, ਉਹਦਾ ਨਾਮ, ਉਹਦੀ ਸ਼ੋਭਾ ਬਹੁਤ ਵੱਡੀ ਹੈ। ਅਸੀਂ ਉਹਦਾ ਅੰਦਾਜ਼ਾ ਨਹੀਂ ਲਗਾ ਸਕਦੇ। ਕਿਉਂ? ਕਿਉਂਕਿ ਤਿਸ ਉੱਚੇ ਕੋ ਜਾਣੈ ਸੋਏ, ਉਹਨੂੰ ਉਹੀ ਜਾਣ ਸਕਦਾ ਹੈ ਕੌਣ, ਏਵਡ ਉੱਚਾ ਹੋਵੇ ਕੋਈ, ਜਿਹੜਾ ਉਹਦੇ ਜਿੰਨਾ ਹੋ। ਤੇ ਅਸੀਂ ਤਾਂ ਉਹਦੀ ਰਚਨਾ ਹਾਂ,
ਉਹਦੀ ਰਚਨਾ ਦਾ ਵੀ ਛੋਟਾ ਜਿਹਾ ਕਿੰਕਾ ਮਾਤਰ ਵੀ ਸ਼ਾਇਦ ਨਹੀਂ ਹੈ, ਤੇ ਫਿਰ ਅਸੀਂ ਉਹਦਾ ਅੰਦਾਜ਼ਾ ਕਿਵੇਂ ਲਗਾ ਲਵਾਂ? ਏਵਡ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣੈ ਸੋਏ। ਤੋ ਸਾਡੇ ਵਾਸਤੇ ਕਰਨਯੋਗ ਕੰਮ ਇਹੀ ਹੈ ਕਿ ਅਸੀਂ ਇਹੀ ਕਹੀਏ, ਉਹਦੀ ਸਿਫਤ ਸਲਾਹ ਇਹੀ ਕਹੀਏ ਕਿ ਹੇ ਵਾਹਿਗੁਰੂ, ਹੇ ਅਕਾਲ ਪੁਰਖ, ਤੂੰ ਕਿੱਡਾ ਕੁ ਵੱਡਾ ਹੈ ਇਹ ਤੈਨੂੰ ਹੀ ਪਤਾ ਹੈ। ਮੈਂ ਤੇਰਾ ਹਿਸਾਬ ਕਿਤਾਬ ਨਹੀਂ ਲਗਾ ਸਕਦਾ। ਮੈਨੂੰ ਤਾਂ ਸਿਰਫ ਇੱਕੋ ਹੀ ਗੱਲ ਦੀ ਲੋੜ ਹੈ, ਨਾਨਕ ਨਦਰੀ ਕਰਮੀ ਦਾਤ। ਸਾਨੂੰ ਤੇ ਉਹਦੀ ਨਦਰ ਚਾਹੀਦੀ ਹੈ, ਉਹਦਾ ਕਰਮ ਚਾਹੀਦਾ ਹੈ, ਉਹਦੀ ਦਾਤ ਚਾਹੀਦੀ ਹੈ, ਉਹਦੀ ਬਖਸ਼ਿਸ਼ ਚਾਹੀਦੀ ਹੈ, ਕਿਉਂਕਿ ਸਾਰੀਆਂ ਦਾਤਾਂ ਆਪਣੀ ਮਿਹਰ ਕਰਕੇ ਦੇਣ ਵਾਲਾ ਉਹੀ ਅਕਾਲ ਪੁਰਖ ਹੈ। ਜਗਿਆਸੂ ਦੇ ਲਈ ਗੁਣਾਂ ਦਾ ਦਾਤਾ ਵੀ ਉਹੀ ਹੈ, ਜਿਨ੍ਹਾਂ ਗੁਣਾਂ ਨੂੰ ਧਾਰਨ ਕਰਕੇ ਉਹ ਭਗਤੀ ਕਰ ਸਕੇ। ਨਾਮ ਦਾ ਦਾਤਾ ਵੀ ਉਹੀ ਹੈ ਤੇ ਭਗਤੀ ਦਾ ਦਾਤਾ ਵੀ ਉਹੀ ਹੈ। ਸਾਰੀਆਂ ਦਾਤਾਂ ਦਾ ਦੇਣ ਵਾਲਾ ਉਹੀ ਹੈ। ਜੀਵਨ ਨੂੰ ਉੱਚਾ, ਪਵਿੱਤਰ, ਪਾਪਾਂ ਤੋਂ ਰਹਿਤ ਬਣਾਉਣ ਵਾਲਾ ਵੀ ਉਹੀ ਹੈ, ਕਿਉਂਕਿ ਉਹਦੇ ਨਾਲ ਜੁੜ ਕੇ ਹੀ ਅਸੀਂ ਪਵਿੱਤਰ ਬਣ ਸਕਦੇ ਹਾਂ, ਪਾਪਾਂ ਤੋਂ ਰਹਿਤ ਬਣ ਸਕਦੇ ਹਾਂ। ਮਾੜੇ ਕਰਮਾਂ ਨੂੰ ਕੱਟਣ ਵਾਲਾ ਵੀ ਉਹ ਹੈ। ਨਾਮ ਦੇ ਨਾਲ ਕੱਟਣਾ ਹੈ ਤੇ ਨਾਮ ਦਾ ਦਾਤਾ ਉਹ ਹੈ। ਉਹਦੀ ਬਖਸ਼ਿਸ਼ ਦੇ ਨਾਲ ਹੀ ਅਸੀਂ ਉਹਦੇ ਨਾਲ ਜੁੜ ਸਕਦੇ। ਸੋ ਸਾਡੇ ਕਰਨ ਵਾਲਾ ਕੰਮ, ਜਗਿਆਸੂ ਦੇ ਕਰਨ ਵਾਲਾ ਕੰਮ, ਇਹਨਾਂ ਸਾਰੇ ਹਿਸਾਬਾਂ ਕਿਤਾਬਾਂ, ਗਿਣਤੀਆਂ ਮਿਣਤੀਆਂ, ਇਹਨਾਂ ਸਾਰੇ ਕੰਮਾਂ ਵਿੱਚ ਪੈਣਾ ਨਹੀਂ, ਕਿਉਂਕਿ ਇਹ ਬਾਹਰ ਦੀ ਖੇਡ ਹੈ। ਉਸ ਅਕਾਲ ਪੁਰਖ ਦੇ ਰਸਤੇ ਤੇ ਤੁਰਨਾ ਮਨ ਦੀ ਅੰਦਰ ਦੀ ਖੇਡ ਹੈ। ਜਿਵੇਂ ਅਸੀਂ ਅੱਗੇ ਗੱਲ ਕੀਤੀ ਹੈ, ਅੰਤਰਗਤ ਤੀਰਥ ਮਲ ਨਾਮ। ਇਹ ਗੱਲ ਅੰਤਰਗਤ ਦੀ ਹੈ, ਜਿੱਥੇ ਅਕਾਲ ਪੁਰਖ ਬੈਠਾ ਹੈ। ਆਪਣੇ ਅੰਤःਕਰਨ ਨੂੰ ਸ਼ੁੱਧ ਕਰਨ ਦੀ ਗੱਲ ਹੈ, ਮਨ ਨੂੰ ਸ਼ੁੱਧ ਕਰਨ ਦੀ ਗੱਲ ਹੈ, ਸੁਰਤ ਬੁੱਧ ਸਾਰਾ ਕੁਝ ਸ਼ੁੱਧ ਕਰਨ ਦੀ ਗੱਲ ਹੈ। ਉਸ ਅਕਾਲ ਪੁਰਖ ਦੇ ਨਾਲ ਜੁੜਨ ਦੀ ਗੱਲ ਹੈ, ਗੁਣਾਂ ਨੂੰ ਧਾਰਨ ਕਰਨ ਦੀ ਗੱਲ ਹੈ। ਅਤੇ ਇਹ ਸਾਰਾ ਕੁਝ ਪ੍ਰਾਪਤ ਕਿੱਥੋਂ ਹੋਣਾ ਹੈ, ਕਿਵੇਂ ਹੋਣਾ ਹੈ? ਕਿ ਉਹ ਜਦੋਂ ਅਕਾਲ ਪੁਰਖ ਨਦਰ ਕਰੇਗਾ, ਕਰਮ ਕਰੇਗਾ ਤੇ ਦਾਤ ਦੇਏਗਾ, ਤੇ ਫਿਰ ਹੀ ਅਸੀਂ ਇਸ ਰਸਤੇ ਦੇ ਉੱਤੇ ਤੁਰ ਸਕਦੇ ਹਾਂ। ਤੋ ਸਾਡੇ ਕਰਨ ਵਾਲਾ ਕੰਮ ਇੱਕੋ ਹੀ ਹੈ ਕਿ ਉਹਦੀ ਨਦਰ ਦੇ, ਉਹਦੀ ਬਖਸ਼ਿਸ਼ ਦੇ ਪਾਤਰ ਬਣਨ ਦਾ ਯਤਨ ਕਰੀਏ, ਆਪਣੇ ਜੀਵਨ ਨੂੰ ਉਹਦੇ ਨਾਲ ਜੋੜੀਏ, ਉਹਦੀ ਸਿਫਤ ਸਲਾਹ ਦੇ ਨਾਲ ਜੋੜੀਏ, ਨਾਮ ਦੇ ਨਾਲ ਜੋੜੀਏ, ਉਹਦੇ ਗੁਣਾਂ ਦੇ ਗਾਇਨ ਨੂੰ ਕਰੀਏ, ਗੁਣਾਂ ਨੂੰ ਧਾਰਨ ਕਰਨ ਦਾ ਯਤਨ ਕਰੀਏ, ਤਾਂ ਕਿ ਅਸੀਂ ਉਹਦੀ ਨਦਰ ਦੇ, ਉਹਦੀ ਮਿਹਰ ਦੇ, ਉਹਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਜਗਿਆਸੂ ਨੂੰ ਇਹੀ ਕਰਨਾ ਸ਼ੋਭਦਾ ਹੈ, ਬਾਕੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਵੀਰ ਪ੍ਰਭ ਕੀਰਤਨ ਸਿੰਘ ਜੀ। ਆਪ ਜੀ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ ਹੈ ਇਹਨਾਂ ਪੌੜੀਆਂ ਦੀ। ਗੱਲ ਤਾਂ ਸਮਝਣ ਦੀ, ਵਿਚਾਰਨ ਦੀ ਹੈ ਵੀ ਅਸੀਂ ਕਿੰਨੀ ਕੁ ਵਿਚਾਰ ਕਰ ਸਕਦੇ ਹਾਂ ਤੇ ਕਿੰਨਾ ਕੁ ਇਸ 'ਤੇ ਅਮਲ ਕਰ ਸਕਦੇ ਹਾਂ। ਸਤਿਗੁਰੂ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੇ ਇਹਨਾਂ ਪੌੜੀਆਂ ਦੇ ਵਿੱਚ ਉਸ ਪਰਮੇਸ਼ਰ ਦੀ ਬੇਅੰਤਤਾ, ਵਿਸ਼ਾਲਤਾ ਦਾ ਜ਼ਿਕਰ ਕਰਕੇ ਸਾਨੂੰ ਵੀ ਉਸ ਨਿਰੰਕਾਰ ਦੀ ਬੰਦਗੀ ਦੇ ਨਾਲ ਜੁੜਨ ਦੀ ਹਦਾਇਤ ਜਿਹੜੀ ਹੈ ਉਹ ਕੀਤੀ ਹੈ। ਤੋ ਵੀ ਸਤਿਗੁਰੂ ਜੀ ਨੇ ਇਹ ਗੱਲ ਸਮਝਾ ਦਿੱਤੀ ਵੀ ਮਨੁੱਖ ਦਾ ਜਿਹੜਾ ਧਿਆਨ ਹੈ ਇਹ ਲੋੜ ਤੋਂ ਵਧੇਰੇ ਬਾਹਰ ਦੀ ਦੁਨੀਆ ਦੇ ਨਾਲ ਸੰਬੰਧ ਰੱਖਦਾ ਹੈ, ਤੇ ਮਾਇਆ ਦੀ ਮਮਤਾ ਕਰਕੇ ਮਨੁੱਖ ਦਾ ਮਨ ਮੈਲਾ ਹੋ ਜਾਂਦਾ ਹੈ। ਹੁਣ ਮਨ ਮੈਲੇ ਨੂੰ ਨਿਰਮਲ ਕਰਨ ਦੀ ਜੁਗਤੀ ਉਹ ਦੁਨੀਆ ਤੋਂ ਵੱਖਰੀ ਜੁਗਤੀ ਹੈ। ਉਦਾਹਰਨਾਂ ਗੁਰੂ ਪਾਤਸ਼ਾਹ ਨੇ ਦਿੱਤੀਆਂ। ਕੱਪੜਾ ਗੰਦਾ ਹੋਵੇ, ਸਰੀਰ ਗੰਦਾ ਹੋਵੇ, ਇਹ ਦੁਨੀਆ ਦੀ ਜੁਗਤੀ ਦੇ ਨਾਲ ਸਾਫ਼ ਹੋ ਜਾਂਦਾ ਹੈ, ਬਾਹਰ ਦੀਆਂ ਜੁਗਤੀਆਂ ਦੇ ਨਾਲ ਸਾਫ਼ ਹੋ ਜਾਂਦਾ ਹੈ। ਪਰ ਜੇ ਮਨ ਗੰਦਾ ਹੈ, ਉਹ ਬਾਹਰਲੀ ਜੁਗਤੀ ਨਾਲ ਸਾਫ਼ ਹੋਣਾ ਕੋਈ ਨਹੀਂ। ਮਨ ਦੀ ਮਲੀਨਤਾ ਤਾਂ ਕੇਵਲ ਇੱਕੋ ਹੀ ਦਾਰੂ ਹੈ ਸਾਡੇ ਪਾਸ, ਉਹ ਹੈ ਵਾਹਿਗੁਰੂ ਦੀ ਯਾਦ, ਪਰਮੇਸ਼ਰ ਦੀ ਬੰਦਗੀ, ਪਰਮੇਸ਼ਰ ਦੀ ਯਾਦ ਵਿੱਚ ਜੁੜਨਾ, ਉਹਦਾ ਨਾਮ, ਉਹਦੀ ਯਾਦ, ਉਹਦੇ ਪਿਆਰ। ਤੋ ਇਸ ਢੰਗ ਦੇ ਨਾਲ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਸਾਰੀ ਗੱਲ ਸਮਝਾ ਦਿੱਤੀ। ਬਾਹਰਮੁਖੀ ਕਰਮਾਂ ਨਾਲ ਅੰਤਰਮੁਖੀ ਸ਼ੁੱਧਤਾ ਨਹੀਂ ਹੁੰਦੀ। ਜਿਹੜੀ ਗੱਲ ਸਾਰੇ ਸਪਸ਼ਟਤਾ ਹੈ ਜਿਹੜੀ ਅਸੀਂ ਕਰਨੀ ਚਾਹੁੰਦੇ ਹਾਂ, ਸਾਡਾ ਸਾਰਾ ਧਿਆਨ ਬਾਹਰਮੁਖੀ ਕਰਮ ਵੱਲ ਹੀ ਹੈ।
ਤੀਰਥਾਂ ਤੇ ਜਾ ਕੇ ਨਹਾਉਣਾ, ਇਸ਼ਨਾਨ ਕਰਨਾ, ਸਿਰਫ ਇਹ ਸੋਚ ਕੇ ਜਾਂਦੇ ਆ ਵੀ ਸਾਡੇ ਪਾਪ ਉਤਰ ਜਾਣਗੇ, ਮੈਲ ਉਤਰ ਜਾਏਗੀ, ਗੰਦਗੀ ਉਤਰ ਜਾਏਗੀ। ਬਹੁਤਾਤ ਸਾਡੀ ਇਸੇ 'ਚ ਹੀ ਹੈ, ਬਹੁਤਾਤ ਸੋਚ ਸਾਡੀ ਇਸੇ ਤਰ੍ਹਾਂ ਦੀ ਬਣੀ ਹੋਈ ਹੈ। ਬਹੁਤ ਵਿਰਲੇ ਹਨ ਜਿਹੜੇ ਪਿਆਰ ਨਾਲ ਜਾ ਕੇ ਇਹ ਕੇਂਦਰੀ ਸਥਾਨਾਂ ਤੇ ਜਾ ਕੇ ਗੁਰਬਾਣੀ ਦਾ ਪਾਠ ਸੁਣਦੇ ਹੋਣਗੇ, ਵਿਚਾਰ ਕਰਦੇ ਹੋਣਗੇ। ਬਹੁਤ ਘੱਟ ਗੁਰਮੁਖ ਪਿਆਰੇ ਮਿਲਦੇ ਨੇ, ਲੇਕਿਨ ਬਹੁਤੇ ਇਹੋ ਹੀ ਨੇ ਕਿ ਪੁੰਨਿਆ ਨਾ ਆਈਏ, ਮੱਸਿਆ ਨਾ ਆਈਏ, ਅਸੀਂ ਪਾਪਾਂ ਨੂੰ ਲਾਹ ਆਈਏ, ਅਸੀਂ ਵਰਤਾਂ ਨੂੰ ਰੱਖ ਲਈਏ, ਹੋਰ ਚੀਜ਼ ਕਰ ਲਈਏ। ਤਾਂ ਗੁਰੂ ਸਾਹਿਬ ਜੀ ਨੇ ਸਾਰਾ ਜ਼ਿਕਰ ਜਿਹੜਾ ਇੱਥੇ ਬਾਣੀ ਦੇ ਵਿੱਚ ਕੀਤਾ ਹੈ, ਉਹ ਬੜਾ ਸਪਸ਼ਟ ਗੱਲ ਕੀਤੀ ਹੈ ਵੀ ਇਹਦੇ ਵਿੱਚ ਇਸ ਤਰੀਕੇ ਦੇ ਨਾਲ ਗੱਡੀ ਨਹੀਂ ਚੱਲਣੀ। ਤਾਂ ਇਹ ਅੰਦਰਲੀ ਸ਼ੁੱਧਤਾ ਦੀ ਗੱਲ ਗੁਰੂ ਪਾਤਸ਼ਾਹ ਨੇ ਕੀਤੀ ਹੈ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਇਹ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਦਾ ਸਿਧਾਂਤ ਗੁਰੂ ਸਾਹਿਬ ਨੇ ਦਿੱਤਾ। ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਤਾਂ ਜਿਵੇਂ ਜਿਵੇਂ ਵਾਹਿਗੁਰੂ ਦੀ ਯਾਦ ਵਿੱਚ ਜੁੜੀਦਾ ਹੈ, ਅੰਦਰ ਦੀ ਮੈਲ ਜਿਹੜੀ ਹੈ ਉਹ ਉਤਰਦੀ ਜਾਂਦੀ ਹੈ, ਮਨ ਜਿਹੜਾ ਹੈ ਸ਼ੁੱਧਤਾ ਹੁੰਦਾ ਜਾਂਦਾ ਹੈ, ਪਿਆਰ ਦੇ ਨਾਲ ਰੰਗਿਆ ਜਾਂਦਾ ਹੈ। ਤਾਂ ਸਤਿਗੁਰੂ ਜੀ ਇਹਨਾਂ ਪੌੜੀਆਂ ਦੇ ਵਿੱਚ ਬੜੀ ਹੀ ਡੀਪਲੀ ਗੱਲਾਂ ਜੋ ਸੰਸਾਰ ਕਰਦਾ ਸੀ, ਦੁਨੀਆ ਕਰਦੀ ਸੀ, ਉਹਦੇ ਬਾਰੇ ਗੁਰੂ ਜੀ ਨੇ ਸਾਰਾ ਕੁਝ ਦੱਸਿਆ ਵੀ ਜੇ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਕੋਈ ਮਾਨ ਮਿਲਦਾ ਵੀ ਹੋਵੇ ਤਾਂ ਥੋੜਾ ਜਿਹਾ ਹੀ ਹੈ। ਤਿਲ ਜਿੰਨਾ, ਤਿਲ ਦੀ ਵੈਲਿਊ ਕੀ ਹੈ, ਕੀਮਤ ਕੀ ਹੈ, ਕੁਛ ਵੀ ਨਹੀਂ। ਅਸੀਂ ਕਹਿੰਦੇ ਹਾਂ ਉਹ ਤਿਲ ਦਾ ਦਾਣਾ ਜੀ, ਬਸ ਤਿਲ ਜਿੰਨਾ ਜੀ। ਜਿਹੜਾ ਮਨ ਪ੍ਰੇਮ ਧਾਰਨਾ ਕਰਦਾ ਸਹੀ ਅਰਥਾਂ 'ਚ ਅੰਦਰਲੇ ਹਿਰਦੇ ਰੂਪੀ ਤੀਰਥ ਦੇ ਉੱਤੇ, ਉਹਦਾ ਇਸ਼ਨਾਨ ਹੁੰਦਾ ਹੈ। ਇਸ਼ਨਾਨ ਤੇ ਦਾਨ, ਵੈਸੇ ਇਸ਼ਨਾਨ ਕਰਨਾ ਕੋਈ ਮਾੜਾ ਨਹੀਂ ਹੈ, ਸਰੀਰ ਦੀ ਸ਼ੁੱਧਤਾ ਲਈ, ਪਵਿੱਤਰਤਾ ਲਈ। ਦਾਨ ਦੇਣਾ ਵੀ ਕੋਈ ਮਾੜਾ ਕੰਮ ਨਹੀਂ ਹੈ, ਪਰ ਇਸ ਚੀਜ਼ਾਂ ਦੇ ਨਾਲ ਮਨ ਦੇ ਅੰਦਰ ਦਾਨ ਲਫ਼ਜ਼ ਕਿਹੋ ਜਿਹਾ ਲਫ਼ਜ਼ ਹੈ ਜਿੱਥੇ ਅਭਿਮਾਨ ਨਾਲ ਪੈਦਾ ਹੋ ਜਾਂਦਾ। ਇਹ ਗੱਲ ਬੜੀ ਸਪਸ਼ਟ ਜੀ ਹੈ। ਦਾਨ ਦੇ ਵਿੱਚ ਅਭਿਮਾਨ ਹੈ, ਭੇਟਾ ਵਿੱਚ ਪਿਆਰ ਹੈ। ਇਸੇ ਕਰਕੇ ਗੁਰੂ ਘਰ ਵਿੱਚ ਲਫ਼ਜ਼ ਭੇਟਾ ਵਰਤਿਆ ਗਿਆ। ਭੇਟਾ ਵਿੱਚ ਸਾਡਾ ਕੁਝ ਨਹੀਂ, ਭੇਟ ਕਰਨਾ। ਕਿਹਦਾ ਭੇਟਾ ਕੀ ਹੁੰਦਾ? ਕਿਸੇ ਦੀ ਵਸਤੂ ਵਿੱਚੋਂ ਉਹਨੂੰ ਕੁਝ ਦੇ ਦਿੱਤਾ, ਉਹ ਭੇਟ ਹੈ। ਭੇਟ ਵਿੱਚ ਪਿਆਰ ਹੈ। ਤੇ ਦਾਨ ਲਫ਼ਜ਼ ਦੇ ਵਿੱਚ ਹੰਕਾਰ ਸੀ। ਗੁਰਮਤਿ ਨੇ ਦਾਨ ਲਫ਼ਜ਼ ਤੋਂ ਹਟ ਕੇ ਭੇਟਾ ਲਫ਼ਜ਼ ਦੇ ਨਾਲ ਪਿਆਰ ਦੀ ਗੱਲ ਕੀਤੀ, ਕਿਉਂਕਿ ਪਿਆਰ ਦੀ ਗੱਲ ਕੀਤੀ, ਹੰਕਾਰ ਦੀ ਗੱਲ ਨਹੀਂ ਕੀਤੀ। ਤਾਂ ਇਹੋ ਹੀ ਗੱਲ ਗੁਰੂ ਸਾਹਿਬ ਜੀ ਨੇ ਸਮਝਾਈ ਹੈ ਵੀ ਜੇ ਇਹ ਦਾਨ ਦੀਆਂ ਗੱਲਾਂ ਕਰਾਂਗੇ ਤਾਂ ਹੰਕਾਰ ਨਾਲ ਹੀ ਸਾਡੇ ਆ ਕੇ ਖੜਾ ਹੋ ਜਾਏਗਾ। ਉਹ ਤਿਲ ਦਾ ਮਾਨ ਦਾ ਮਤਲਬ ਇੰਨਾ ਕੀ ਹੈ ਵੀ ਉਹ ਤਿਲ ਦਾ ਦਾਣਾ ਕਿੱਡਾ ਕਿ ਉਹਦੀ ਭਾਵ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਦੂਜੇ ਲਫ਼ਜ਼ਾਂ 'ਚ ਅਸੀਂ ਕਹਿ ਲਈਏ ਕਿ ਕੁਝ ਵੀ ਨਹੀਂ ਮਿਲਦਾ। ਇਸ ਕਰਕੇ ਸਤਿਗੁਰੂ ਕਹਿੰਦੇ ਤੀਰਥ ਨਹਾਏ ਨਾ ਉਤਰਸ ਮੈਲ, ਕਰਮ ਧਨ ਸਭ ਹੋਮੈ ਫੈਲ। ਫਿਰ ਤੀਰਥ ਨਹਾਵਣ ਜਾਉ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸਾਹਰਾ। ਹੋਂ ਨਾਮ ਹਰ ਕਾ ਸਦਾ ਜਾਂਚੂ, ਦੇਹੋ ਪ੍ਰਭ ਧਰਨੀ ਧਰਾ। ਇਹ ਦਾਨ, ਇਹ ਮੰਗ ਕੀਤੀ ਗੁਰੂ ਪਾਤਸ਼ਾਹ ਜੀ ਨੇ। ਤੇ ਜਦੋਂ ਜਿਵੇਂ ਨਿਮਰਤਾ ਦੇ ਵਿੱਚ ਆ ਕੇ ਇਹ ਪ੍ਰਭੂ ਦੇ ਨਾਮ ਨਾਲ ਜੁੜਦਾ ਹੈ ਤੇ ਅਰਦਾਸ ਕਰਨੀ ਕੀ ਚਾਹੀਦੀ ਹੈ? ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਇਹ ਤੇਰੇ ਗੁਣਾਂ ਦੇ ਮਾਲਕ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬੇਅੰਤਤਾ ਦੀਆਂ ਪੌੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ। ਅੱਗੇ ਉਹਨਾਂ ਦਾ ਜ਼ਿਕਰ ਕਰ ਦਿੱਤਾ ਜਿਹੜੇ ਲੋਕ ਪਤਾਲਾਂ ਦੀ ਗੱਲ ਕਰਦੇ ਸੀ, ਲੱਖਾਂ ਦੀ ਗਿਣਤੀ ਕਰ ਸਕਦੇ ਸੀ। ਸਤਿਗੁਰੂ ਨੇ ਸਿੱਧੀ ਗੱਲ ਕਰ ਦਿੱਤੀ। ਸ੍ਰਿਸ਼ਟੀ ਦੇ ਰਚਨ ਕਾਲ ਤੋਂ ਹੀ ਕਿਸੇ ਨੇ ਪਤਾਲਾਂ ਨੂੰ ਲੱਖਾਂ ਕਹਿ ਦਿੱਤਾ, ਕਿਸੇ ਨੇ ਆਕਾਸ਼ਾਂ ਨੂੰ ਲੱਖਾਂ ਕਹਿ ਦਿੱਤਾ। ਮਹਾਰਾਜ ਕਹਿੰਦੇ ਇਹ ਤਾਂ ਲੇਖਾ ਹੋਏ ਤਾਂ ਲਿਖੀ ਹੈ, ਲੇਖੇ ਹੋਏ ਵਿਨਾਸ਼ ਹੈ। ਲਿਖਦਿਆਂ ਲਿਖਦਿਆਂ ਕਾਗਜ਼ ਮਸਕ ਹੋਈ। ਇਹ ਤਾਂ ਇਦਾਂ ਦਾ ਹਿਸਾਬ ਕਿਤਾਬ ਹੈ, ਲਿਖਦਿਆਂ ਲਿਖਦਿਆਂ ਕਾਗਜ਼ ਵੀ ਮੁੱਕ ਜਾਵੇ ਤੇ ਸਮੁੰਦਰਾਂ ਦੀ ਪੂਰੇ ਪਾਣੀ ਦੀ ਸਿਆਹੀ ਬਣ ਜਾਏ, ਉਹ ਵੀ ਖਤਮ ਹੋ ਜਾਏ। ਬਨਸਪਤੀ ਦੀ ਕਲਮ ਬਣ ਜਾਏ, ਧਰਤੀ ਕਾਗਜ਼ ਬਣ ਜਾਏ, ਤੇ ਫਿਰ ਵੀ ਲਿਖੀ ਜਾਈਏ ਤੇ ਫਿਰ ਵੀ ਇਹ ਲੇਖਾ ਨਹੀਂ ਲਿਖਿਆ ਜਾ ਸਕਦਾ। ਇਸ ਕਰਕੇ ਉਸ ਮਾਲਕ ਦਾ ਲੇਖਾ ਪਾ ਹੀ ਨਹੀਂ ਸਕਦੇ। ਜਿਸ ਨੇ ਵੀ ਇਹ ਲਿਖਣ ਦਾ ਯਤਨ ਕੀਤਾ ਉਹ ਜੀਵਨ ਦੀ ਬਾਜੀ ਹਾਰਦਾ ਹੈ। ਚਾਹੀਦਾ ਕੀ ਹੈ? ਉਹਦੇ ਗੁਣ ਗਾਉਣੇ ਤੇ ਉਹਦੇ ਵਿਸਮਾਦ ਵਿੱਚ ਆ ਕੇ ਉਹਦੇ ਅੰਦਰ ਲੀਨ ਹੋ ਜਾਣਾ, ਨਾ ਕਿ ਲੇਖਾ ਲਿਖਣ ਦੀ ਗੱਲ ਜਿਹੜੀ ਹੈ ਗੁਰੂ ਪਾਤਸ਼ਾਹ ਜੀ ਨੇ ਕੀਤੀ। ਸਤਿਗੁਰੂ ਕਿਰਪਾ ਕਰਨ ਇਹ ਚੀਜ਼ਾਂ ਸਾਨੂੰ ਵੀ ਸਮਝ ਆ ਜਾਣ, ਅਸੀਂ ਵੀ ਉਹਦੇ ਲੇਖੇ ਵਾਲੇ ਪਾਸੇ ਗਿਣਤੀ ਮਿੰਤੀ ਤੋਂ ਹਟ ਕੇ ਇੱਕ ਪਿਆਰ, ਨਿਮਰਤਾ, ਸਤਿਕਾਰ ਤੇ ਉਹਦੇ ਨੂੰ ਆਪਣੇ ਆਪ ਨੂੰ ਸਮਰਪਣ ਕਰਕੇ ਉਹਦੀ ਯਾਦ ਵਿੱਚ ਜੁੜੀਏ, ਤਦ ਕਿ ਸਾਡਾ ਵੀ ਇਹ ਸੰਸਾਰ ਵਿੱਚ ਆਇਆ ਹੋਇਆ ਸਫਲ ਹੋ ਸਕੇ। ਤਹਿ ਦਿਲੋਂ ਧੰਨਵਾਦ ਜੀ। ਵੀਰ ਰਾਜਾ ਸਿੰਘ ਜੀ, ਆਪ ਜੀ। ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।